ਅੰਮ੍ਰਿਤਸਰ ਜ਼ਿਲ੍ਹੇ ਦੇ ਦੇਵੀਦਾਸਪੁਰੇ ਦੇ ਜਿੱਥੇ ਰੇਲਵੇ ਟਰੈਕ ਰੋਕਿਆ ਹੋਇਆ ਹੈ ਉਸ ਜਗ੍ਹਾ ਦੇ ਉੱਪਰ ਖੜੇ ਆ। ਸਰਵਨ ਸਿੰਘ ਪੰਧੇਰ ਜੀ ਜਿਹੜਾ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਸੀਗੀ ਉਹਦੇ ਲਈ ਇਹ ਐਲਾਨ ਹੋਇਆ ਹੈ। ਕੀ ਲੱਗਦਾ ਹੈ ਕਿ ਅੱਜ ਰੇਲਵੇ ਟਰੈਕ ਰੋਕਿਆ ਜਾਵੇਗਾ ਜਾਂ ਰੋਕ ਲਿਆ ਜਿਹੜਾ ਤੁਸੀਂ ਟ੍ਰੇਨਾਂ ਨਹੀਂ ਲੰਘਣਗੀਆਂ ਤਾਂ ਸਰਕਾਰ ਤੇ ਕੋਈ ਅਸਰ ਪਵੇਗਾ? ਸਰਕਾਰ ਤੇ ਅੰਦੋਲਨ ਦਾ ਅਸਰ ਬਹੁਤ ਵੱਡਾ ਵਾ। ਇਸ ਕਰਕੇ ਸਰਕਾਰ ਨੇ ਲਖੀਮਪੁਰ ਖੀਰੀ ਵਰਗੀ ਘਟਨਾ ਸਾਡੇ ਖਿਲਾਫ ਕਰਾਈ ਆ। ਇਹ ਤੋਂ ਪਹਿਲੋਂ ਖੱਟੜ ਨੇ ਜਿਵੇਂ ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡੀ ਸੀ ਉਹ ਵੀ ਸਾਡੇ ਸਾਹਮਣੇ ਹੈਗਾ। ਉਹ ਅਧਿਕਾਰੀ ਜਿਨ੍ਹਾਂ ਨੇ ਸਿੱਧੀਆਂ ਡਾਂਗਾ ਮਾਰਨ ਦੇ ਇਜਾਜ਼ਤ ਦਿੱਤੀ ਸੀ ਇਹ ਸਾਡੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦਿੱਲੀ ਵਾਲੀ ਮੇਨ ਰੇਲ ਲਾਈਨ ਆ ਜਿਹਦੇ ਤੇ ਆਪਾਂ ਜਿਹੜਾ ਵਾ ਆ ਰੇਲ ਟਰੈਕ ਜਾਮ ਕੀਤਾ। ਤੁਸੀਂ ਆਪ ਪੁਸ਼ਟੀ ਕਰ ਸਕਦੇ ਹੋ ਵੀ ਹਜ਼ਾਰਾਂ ਦਾ ਇਕੱਠ ਆ। ਵੱਡੇ ਜਥੇ ਜਿਹੜੇ ਮਾਤਾਵਾਂ ਭੈਣਾਂ ਦੇ लगातार रेल ट्रैक के उत्ते पहुँच रहे हैं तो इत्थे बहुत बड़ा इकट्ठ होगा। साडी जथेबंदी पंजाब विच किसान मजदूर संघर्ष कमेटी 20 थावां ते जिहड़ा रेल ट्रैक जाम कर रही है। लगता नहीं सरकार ने किसानां नूं होरना कम्मां 'च उलझा लिया। कित्थे गल्लां होणीआं चाहीदियां सी 3 खेती कानूनां दियां ही, कित्थे सरकार इसी मुद्दे ते कहनी सी। कित्थे किन्ने मुद्दे बन चुके ने। लखीमपुर वाली घटना होगी, करनाल वाली घटना होगी जां होर भी जिथे किते जो सिंघू वाली घटना भी होई है तो एक घटनावां दे विच ही किसान उलझते जा रहे हैं। सरकार जिहड़ी है इन्हां थावां ते किसानां नूं उलझा के समा जिहड़ा आ बहुत ज़्यादा किसानां दा बर्बाद कर रही है। जिहड़ा दुश्मन आ वो वड्डा वा। दुश्मन दे मगर दुनिया के कारपोरेट घराने खड़े आ। विश्व व्यापार संस्था वा, वर्ल्ड बैंक आ, ये वड्डे अदारे ने वो करनगे। असीं तां कहने आ भी जदों जदों लहर ते हमला होया इतिहास नूं पढ़ीए। चाहे वो जिवें तुसीं देखो साडी स्टेज ते 29 जनवरी नूं हमला होया सी, ये तो गਾਹਾਂ हरियाणे च होया और ये तो गਾਹਾਂ हुण किसान शहीद किए गए लखीमपुर खीरी दे। रोस वधिया वा, अंदोलन वड्डा होया। पूरी दुनिया दे विच केंद्र सरकार दी बदनामी हो रही है। ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਰੋਕਣ ਦੇ ਲਈ ਐਲਾਨ ਕੀਤਾ ਗਿਆ ਸੀ 10 ਵਜੇ ਤੋਂ ਲੈ ਕੇ 4 ਵਜੇ ਤੱਕ। ਸੋ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੇਵੀਦਾਸਪੁਰੇ ਦੇ ਜਿੱਥੇ ਰੇਲਵੇ ਟਰੈਕ ਰੋਕਿਆ ਹੋਇਆ ਹੈ ਉਸ ਜਗ੍ਹਾ ਦੇ ਉੱਪਰ ਖੜੇ ਆ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿੰਨਾ ਕੁ ਅਸਰ ਪਏਗਾ ਕਿਉਂਕਿ ਲਖੀਮਪੁਰ ਦੀ ਜਿਹੜੀ ਘਟਨਾ ਵਾਪਰੀ ਸੀ ਉਸੇ ਹੀ ਚੱਕਰ ਦੇ ਵਿੱਚ ਇਹ ਐਲਾਨ ਹੋਇਆ ਸੀ। ਸਰਵਨ ਸਿੰਘ ਪੰਧੇਰ ਜੀ ਜਿਹੜਾ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਸੀਗੀ ਉਹਦੇ ਲਈ ਇਹ ਐਲਾਨ ਹੋਇਆ ਹੈ। ਕੀ ਲੱਗਦਾ ਹੈ ਕਿ ਅੱਜ ਰੇਲਵੇ ਟਰੈਕ ਰੋਕਿਆ ਜਾਵੇਗਾ ਜਾਂ ਰੋਕ ਲਿਆ ਜਿਹੜਾ ਤੁਸੀਂ ਟ੍ਰੇਨਾਂ ਨਹੀਂ ਲੰਘਣਗੀਆਂ ਤਾਂ ਸਰਕਾਰ ਤੇ ਕੋਈ ਅਸਰ ਪਵੇਗਾ? बिल्कुल जी, देखो सरकार ते अंदोलन का असर बहुत बड़ा वा। इस करके सरकार ने लखीमपुर खीरी वर्गी घटना साडे खिलाफ कराई आ। ये तो पहलों खट्टड़ ने जिवें किसानां दे खून नाल होली खेडी सी वो भी साडे सामने हैगा। वो अधिकारी जिन्हां ने सिद्धियां डांगा मारन दे इजाजत दित्ती सी ये साडे सामने आ। और अज दा अंदोलन देश भर दे विच दसियों हज़ार थावां ते आ तुसीं देख रहे हो अमृतसर दिल्ली वाली मेन रेल लाइन आ ਜਿਹਦੇ ਤੇ ਆਪਾਂ ਜਿਹੜਾ ਵਾ ਆ ਰੇਲ ਟਰੈਕ ਜਾਮ ਕੀਤਾ। ਤੁਸੀਂ ਆਪ ਪੁਸ਼ਟੀ ਕਰ ਸਕਦੇ ਹੋ ਵੀ ਹਜ਼ਾਰਾਂ ਦਾ ਇਕੱਠ ਆ। ਵੱਡੇ ਜਥੇ ਜਿਹੜੇ ਮਾਤਾਵਾਂ ਭੈਣਾਂ ਦੇ ਲਗਾਤਾਰ ਰੇਲ ਟਰੈਕ ਦੇ ਉੱਤੇ ਪਹੁੰਚ ਰਹੇ ਨੇ ਤਾਂ ਇੱਥੇ ਬਹੁਤ ਵੱਡਾ ਇਕੱਠ ਹੋਊਗਾ। ਸਾਡੀ ਜਥੇਬੰਦੀ ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 20 ਥਾਵਾਂ ਤੇ ਜਿਹੜਾ ਰੇਲ ਟਰੈਕ ਜਾਮ ਕਰ ਰਹੀ ਆ। ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਵਾ ਉਹਦੇ ਵਿੱਚ ਜਿਹੜੇ ਆਸ਼ੀਸ਼ ਮਿਸ਼ਰਾ ਨੇ ਉਹ ਗ੍ਰਿਫਤਾਰ ਹੋਏ ਨੇ। ਜਿਹੜੇ ਉਹਨਾਂ ਦੇ ਪਿਤਾ ਨੇ ਅਜੇ ਮਿਸ਼ਰਾ जिन्हां दी सितंबर च वीडियो वायरल हुई सी भी मैं कल्ला मंत्री नहीं हैगा, MLA नहीं हैगा, मेरा रूप ने कहा सी मैं गुंडा भी हैगा बड़ा तो असीं सबक सिखावांगे। वो अजे भी उन्हां ते 120B दा परचा दर्ज आ। परचा हुंदियां होइयां भी अजे तक उन्हां नूं गिरफ्तार नहीं किया गया। और वो जड़े साडे मुख गवाह ने उन्हां ने आपदे बयान देने ने
ਉਹਨਾਂ ਤੇ ਦਬਾਅ ਪਾ ਰਹੇ ਨੇ। ਇਹ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀਆਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਵਾਲੀ ਮੰਗ ਨੂੰ ਲੈ ਕੇ ਅੱਜ ਦਾ ਅੰਦੋਲਨ ਹੈ। ਇੱਕ ਘਟਨਾ ਵਾਪਰਦੀ ਸਿੰਘੂ ਬਾਰਡਰ ਤੇ, ਉਹਨੂੰ ਆਧਾਰ ਬਣਾ ਕੇ ਜਿਵੇਂ ਭਾਜਪਾ ਦੇ ਲੋਕ ਨੈਸ਼ਨਲ ਮੀਡੀਆ ਸਾਨੂੰ ਭੰਡਦਾ ਵਾ ਵੀ ਕਾਨੂੰਨ ਨੂੰ ਕਾਰਵਾਈ ਕਰਨੀ ਚਾਹੀਦੀ, ਅਸੀਂ ਤਾਂ ਕਹਿੰਦੇ ਆ ਵੀ ਨਿਹੰਗ ਸਿੰਘਾਂ ਨੇ ਕਾਨੂੰਨ ਦਾ ਸਨਮਾਨ ਕੀਤਾ, ਉਹਨਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ। ਤੁਸੀਂ ਲਖੀਮਪੁਰ ਦੇ ਦੋਸ਼ੀਆਂ ਨੂੰ ਕਹੋ ਵੀ ਆਪਣੇ ਆਪ ਨੂੰ ਗ੍ਰਿਫਤਾਰ ਕਰਨ। ਜਿਹੜੀ ਸਰਕਾਰ ਆਪ ਕਾਨੂੰਨ ਦਾ ਸਨਮਾਨ ਨਹੀਂ ਕਰਦੀ, ਉਹ ਸਾਨੂੰ ਨੈਤਿਕਤਾ ਦਾ ਪਾਠ ਕਿਵੇਂ ਪੜਾਉਂਦੀ ਆ? ਉਹ ਸਿੰਘੂ ਬਾਰਡਰ ਦੀ ਘਟਨਾ ਦੀ ਆੜ ਦੇ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਆ। ਤਾਂ ਹੀ ਅਸੀਂ ਕਰ ਰਹੇ ਹਾਂ ਵੀ ਤੁਸੀਂ ਆਪਦੇ ਮੰਤਰੀ ਨੂੰ ਬਰਖਾਸਤ ਕਰਕੇ ਜੇਲ੍ਹ ਦੇ ਅੰਦਰ ਸੁੱਟੋ। ਇਹਦੇ ਨਾਲ ਖੇਤੀ ਕਾਨੂੰਨਾਂ ਦਾ ਸਵਾਲ ਆ ਸਾਡੇ ਸਾਹਮਣੇ, MSP ਦੀ ਗਰੰਟੀ ਦਾ ਕਾਨੂੰਨ ਆ। ਜਿਸ ਕਿਸਮ ਦੀਆਂ ਲੱਗਦਾ ਨਹੀਂ ਸਰਕਾਰ ਨੇ ਕਿਸਾਨਾਂ ਨੂੰ ਹੋਰਨਾਂ ਕੰਮਾਂ 'ਚ ਉਲਝਾ ਲਿਆ। ਕਿੱਥੇ ਗੱਲਾਂ ਹੋਣੀਆਂ ਚਾਹੀਦੀਆਂ ਸੀ 3 ਖੇਤੀ ਕਾਨੂੰਨਾਂ ਦੀਆਂ ਹੀ, ਕਿੱਥੇ ਸਰਕਾਰ ਇਸੇ ਮੁੱਦੇ ਤੇ ਕਹਿੰਦੀ ਸੀ। ਕਿੱਥੇ ਕਿੰਨੇ ਮੁੱਦੇ ਬਣ ਚੁੱਕੇ ਨੇ, ਲਖੀਮਪੁਰ ਵਾਲੀ ਘਟਨਾ ਹੋ ਗਈ, ਕਰਨਾਲ ਵਾਲੀ ਘਟਨਾ ਹੋ ਗਈ, ਜਾਂ ਹੋਰ ਵੀ ਜਿੱਥੇ ਕਿਤੇ ਜਾਂ ਸਿੰਘੂ ਵਾਲੀ ਘਟਨਾ ਵੀ ਹੋਈ ਹੈ। ਤਾਂ ਇਹ ਘਟਨਾਵਾਂ ਦੇ ਵਿੱਚ ਹੀ ਕਿਸਾਨ ਉਲਝਦੇ ਜਾ ਰਹੇ ਨੇ। ਸਰਕਾਰ ਜਿਹੜੀ ਆ ਇਹਨਾਂ ਥਾਵਾਂ ਤੇ ਕਿਸਾਨਾਂ ਨੂੰ ਉਲਝਾ ਕੇ ਸਮਾਂ ਜਿਹੜਾ ਆ ਬਹੁਤ ਜ਼ਿਆਦਾ ਕਿਸਾਨਾਂ ਦਾ ਬਰਬਾਦ ਕਰ ਰਹੀ ਹੈ। ਕਿਉਂ ਨਹੀਂ? ਜਿਹੜਾ ਦੁਸ਼ਮਣ ਆ ਉਹ ਵੱਡਾ ਵਾ, ਦੁਸ਼ਮਣ ਦੇ ਮਗਰ ਦੁਨੀਆ ਦੇ ਕਾਰਪੋਰੇਟ ਘਰਾਣੇ ਖੜੇ ਆ, ਵਿਸ਼ਵ ਵਪਾਰ ਸੰਸਥਾ ਵਾ, ਵਰਲਡ ਬੈਂਕ ਆ, ਇਹ ਵੱਡੇ ਅਦਾਰੇ ਨੇ, ਉਹ ਕਰਨਗੇ। ਅਸੀਂ ਤਾਂ ਕਹਿੰਦੇ ਆ ਵੀ ਜਦੋਂ ਲਹਿਰ ਤੇ ਹਮਲਾ ਹੋਇਆ, ਇਤਿਹਾਸ ਨੂੰ ਪੜ੍ਹੀਏ, ਚਾਹੇ ਉਹ ਜਿਵੇਂ ਤੁਸੀਂ ਦੇਖੋ ਸਾਡੀ ਸਟੇਜ ਤੇ 29 ਜਨਵਰੀ ਨੂੰ ਹਮਲਾ ਹੋਇਆ ਸੀ, ਇਹ ਤੋਂ ਗਾਹਾਂ ਹਰਿਆਣੇ 'ਚ ਹੋਇਆ, ਔਰ ਇਹ ਤੋਂ ਗਾਹਾਂ ਹੁਣ ਕਿਸਾਨ ਸ਼ਹੀਦ ਕੀਤੇ ਗਏ ਲਖੀਮਪੁਰ ਖੀਰੀ ਦੇ। ਰੋਸ ਵਧਿਆ ਵਾ, ਅੰਦੋਲਨ ਵੱਡਾ ਹੋਇਆ, ਪੂਰੀ ਦੁਨੀਆ ਦੇ ਵਿੱਚ ਕੇਂਦਰ ਸਰਕਾਰ ਦੀ ਬਦਨਾਮੀ ਹੋ ਰਹੀ ਆ। ਸਰਕਾਰ ਨੇ ਜਿੰਨੇ ਲਾਸ਼ਨ ਲਾਏ ਸਾਡੇ ਤੇ, ਸਾਨੂੰ ਖਾਲਿਸਤਾਨੀ ਕਿਹਾ, ਸਾਨੂੰ ਮਾਓਵਾਦੀ ਕਿਹਾ, ਸਾਨੂੰ ਵਿਰੋਧੀਆਂ ਦਾ ਅੰਦੋਲਨ ਕਿਹਾ, ਸਾਨੂੰ ਵਿਚੋਲੀਏ ਕਿਹਾ। ਗੱਜਨ ਸਿੰਘ ਤੁਹਾਡੇ ਚੋਂ ਸੀਗੀ, ਆਪਾਂ ਇਸ ਗੱਲ ਤੇ ਬਾਅਦ ਦੇ ਵਿੱਚ ਆਉਂਦੇ ਹਾਂ, ਪਰੰਤੂ ਹੁਣ ਜਿਹੜਾ ਮੇਨ ਗੱਲ ਹੈ, ਸ਼ਰਦ ਪਵਾਰ ਦਾ ਇੱਕ ਬਿਆਨ ਆਉਂਦਾ ਹੈ ਕਿਸਾਨੀ ਅੰਦੋਲਨ ਤੇ ਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਕਰ ਦੇਣਾ ਚਾਹੀਦਾ। ਬੜੇ ਵੱਡੇ ਸਿਆਸਤਦਾਨ ਨੇ, ਪਿਛਲੇ 60 ਸਾਲਾਂ ਤੋਂ ਉਹ ਸਿਆਸਤ ਸਰਗਰਮ ਰਹੇ ਨੇ। ਕੀ ਲੱਗਦਾ ਹੈ ਕਿ ਇਸ ਬਿਆਨ ਦਾ ਕੀ ਅਸਰ ਹੋਊਗਾ? 2 ਕਿਸਮ ਦੀਆਂ ਗੱਲਾਂ ਨੇ। ਇੱਕ ਤਾਂ ਬਿਆਨ ਜੇ ਮਨੋਦਸ਼ਾ ਨੂੰ ਧਿਆਨ ਵਿੱਚ ਰੱਖ ਕੇ ਸਿੱਧਤ ਆ, ਪੰਜਾਬ ਨਹੀਂ ਦੇਸ਼ ਦੇ ਵਿੱਚ ਵੱਡੀਆਂ ਸਮੱਸਿਆਵਾਂ ਨੇ, ਬਹੁਤ ਸਾਰੇ ਮੁੱਦੇ ਨੇ। ਤੁਸੀਂ ਲੋਕਾਂ ਦੀ ਜੇ ਲੋਕਤੰਤਰਕ ਕਦਰਾਂ ਕੀਮਤਾਂ ਦਾ ਸਨਮਾਨ ਕਰਦੇ ਹੋ, ਕਿਸੇ ਸੱਭਿਆਚਾਰ ਦਾ ਸਨਮਾਨ ਕਰਦੇ ਹੋ, ਪੰਜਾਬ ਵਰਗਾ ਖਿੱਤਾ ਜਿੰਨੇ ਦੇਸ਼ ਦੀ ਆਜ਼ਾਦੀ 'ਚ ਔਰ ਬਾਰਡਰਾਂ ਤੇ ਅਨੇਕਾਂ ਜੰਗਾਂ ਲੜੀਆਂ, ਦੇਸ਼ ਦਾ ਅੰਨ ਭੰਡਾਰ ਦੇ ਵਿੱਚ ਢਿੱਡ ਭਰਿਆ ਔਰ ਫੂਡ ਸਪਲਾਈ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਆ, ਉਸ ਸੂਬੇ ਨੂੰ ਤੁਸੀਂ ਬਕਾਇਦਾ ਤੌਰ ਤੇ ਇਸ ਕਰਕੇ ਟਾਰਗੇਟ ਕਰੋਗੇ ਵੀ ਇਹ ਅੰਦੋਲਨ ਲੜ ਰਿਹਾ ਵਾ, ਜਿਵੇਂ BSF ਦਾ ਘੇਰਾ ਵਧਾਇਆ ਗਿਆ। ਔਰ ਜੇ ਸਰਕਾਰ ਵਾਕਿਆ ਹੀ ਸੁਹਿਰਦ ਆ ਤੇ ਉਹਨੂੰ ਇਸ ਗੱਲ ਦਾ ਧਿਆਨ ਰੱਖ ਕੇ ਪੰਜਾਬੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ। ਸੋ ਪੰਜਾਬੀਆਂ ਦੇ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਤੇ ਕਿਤੇ ਨਾ ਕਿਤੇ ਅਸਰ ਪਾਊਗਾ ਇਹ ਬਿਆਨ। ਬਿਲਕੁਲ, ਕਿਉਂ ਨਹੀਂ? ਉਹਨਾਂ ਦੇ ਅੰਦਰੋਂ ਆਇਆ ਵਾ ਬਿਆਨ, ਉਹਨਾਂ ਦੇ ਅੰਦਰੋਂ ਦਿੱਤਾ ਗਿਆ ਬਿਆਨ ਆ, ਔਰ ਉਹਨਾਂ ਨੇ ਬਿਲਕੁਲ ਉਸ ਜਿਹੜਾ ਇਤਿਹਾਸ ਦਾ ਪ੍ਰਪੇਖ ਦੇਖਿਆ ਉਹਨੂੰ ਵੇਖ ਕੇ ਦਿੱਤਾ ਵਾ ਵੀ ਸਾਨੂੰ ਲੋਕਾਂ ਨੂੰ ਇੱਥੋਂ ਤੱਕ ਨਹੀਂ ਜਾਣ ਦੇਣਾ ਚਾਹੀਦਾ ਵੀ ਉਹ ਇਸ ਕੰਮਾਂ ਤੱਕ ਤਾਰੂ ਹੋ ਜਾਣ, ਉਸ ਤੋਂ ਪਹਿਲਾਂ ਉਹਨਾਂ ਦੇ ਮਸਲੇ ਦੇ ਹੱਲ ਹੋਣੇ ਚਾਹੀਦੇ ਆ। ਸੋ ਜਿਹੜੀ ਸਿੰਘੂ ਘਟਨਾ ਹੋਈ ਹੈ ਉਹ ਵੀ ਨਾਲ ਜੋੜੀ ਜਾ ਰਹੀ ਹੈ ਕਿਸਾਨਾਂ ਦੇ। ਉਸ ਨੂੰ ਇੱਕ ਮੁੱਦਾ ਇਹ ਬਣਾਇਆ ਜਾ ਰਿਹਾ ਸੀਗਾ ਕਿ ਇਹ ਜਿਹੜਾ ਪਛੜੇ ਵਰਗ ਦੇ ਪਛੜੀ ਜਾਤੀ ਦੇ ਲੋਕ ਸੀਗੇ ਉਹਨੂੰ ਮਾਰ ਦਿੱਤਾ ਗਿਆ ਆ। ਬੇਅਦਬੀਆਂ ਨਾਲ ਜੁੜਿਆ ਹੋਇਆ ਮੁੱਦਾ ਦੱਸਿਆ ਜਾ ਰਿਹਾ ਉੱਥੇ ਜਿਹੜੇ ਨਿਹੰਗ ਸਿੰਘ ਉਹਨਾਂ ਦੇ ਵੱਲੋਂ। ਸੋ ਗੱਲ ਜਿਹੜੀ ਉਹ ਜਾਂਚ ਦੀ ਹੈਗੀ, ਜਾਂਚ ਦਾ ਵਿਸ਼ਾ ਹੈਗਾ ਆ। ਪਰੰਤੂ ਕੀ ਲੱਗਦਾ ਹੈ ਕਿ ਕਿਉਂਕਿ ਜਿਨ੍ਹਾਂ ਵੱਲੋਂ ਮਾਰਿਆ ਗਿਆ ਹੈਗਾ ਨਿਹੰਗ ਸਿੰਘਾਂ ਵੱਲੋਂ ਉਹ ਵੀ ਉਸੇ ਹੀ ਜਾਤੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਸੋ ਕੀ ਲੱਗਦਾ ਹੈ ਕਿ ਇਹ ਮਾਇਆਵਤੀ ਦਾ ਬਿਆਨ ਆਉਂਦਾ 50 ਲੱਖ ਰੁਪਇਆ ਦੇਣ ਦਾ, ਇਹਨਾਂ ਨੂੰ ਜਿਹੜਾ ਸਰਕਾਰ ਇਹਨਾਂ ਨੂੰ 50 ਲੱਖ ਰੁਪਇਆ ਦੇਵੇ, ਕੀ ਮੁੱਦਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਪੰਜਾਬ ਇੱਕ ਸੈਕੂਲਰ ਸਟੇਟ ਆ। ਗੁਰੂ ਸਾਹਿਬਾਨ ਦੀ ਸੋਚ ਬਗੈਰ ਕੋਈ ਜਾਤ ਪਾਤ ਤੇ ਬਗੈਰ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਵਾਲੀ ਸੋਚ ਰਹੀ ਹਮੇਸ਼ਾ। ਇਸ ਕਿਸਮ ਦਾ ਬਿਆਨ ਦਾ ਕਿ ਮਾਇਆਵਤੀ ਜੀ ਕੱਲਾ
ਜਿਹੜੇ ਪਛੜੇ ਵਰਗ ਨੇ ਉਹਨਾਂ ਦੇ ਵੋਟਾਂ ਆਪਣੇ ਡੱਬੇ 'ਚ ਪਾਉਣਾ ਚਾਹੁੰਦੀ ਆ, ਰਾਜਨੀਤੀ ਕਰਨਾ ਚਾਹੁੰਦੇ, ਉਹਨਾਂ ਦਾ ਇਸ ਬਿਆਨ ਨਾਲ ਕੋਈ ਲੈਣਾ ਦੇਣੀ। ਜਿਹੜੀ ਬੀਬੀ ਆਪਦੇ ਜਨਮ ਦਿਨ ਤੇ ਕਰੋੜਾਂ ਖਰਚ ਕਰਦੀ ਆ, ਠੀਕ ਹੈ ਜੀ। ਔਰ ਪਿਛਲੇ 4.5 ਸਾਲਾਂ ਯੂਪੀ 'ਚ ਜਿਵੇਂ ਮੋਦੀ ਤੇ ਜੋਗੀ ਸਰਕਾਰ ਨੇ ਦਲਿਤਾਂ ਨਾਲ ਧੱਕੇ ਕੀਤੇ ਆ, ਬੀਬੀ ਜੀ ਕਿਤੇ ਘਰੋਂ ਬਾਹਰ ਨਹੀਂ ਨਿਕਲੇ ਹੈਗੇ। ਪੰਜਾਬ ਵਿੱਚ ਅਜਿਹਾ ਕੋਈ ਵਰਤਾਰਾ ਨਹੀਂ ਹੈਗਾ। ਜਿਹੜੀ ਦਿੱਲੂ ਸਿੰਘੂ ਬਾਰਡਰ ਤੇ ਘਟਨਾ ਹੋਈ ਉਹਦਾ ਜਾਤ ਪਾਤ ਨਾਲ ਕਿਸੇ ਧਰਮ ਨੂੰ ਲੈ ਕੇ ਕੋਈ ਸੰਬੰਧ ਨਹੀਂ ਹੈਗਾ। ਜਿਹੜੀ ਗੱਲ ਨੂੰ ਲੈ ਕੇ ਘਟਨਾ ਹੋਈ ਉਹਨਾਂ ਨੇ ਸਪਸ਼ਟ ਦੱਸਤਾ ਵੀ ਆਹ ਗੱਲ ਆ। ਔਰ ਨਿਹੰਗ ਸਿੰਘਾਂ ਨੇ ਕਾਨੂੰਨ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਤਾ। ਹੁਣ ਕਾਨੂੰਨ ਕੀ ਕਰੂਗਾ? ਸਗੋਂ ਇਹਦੀ ਆੜ ਦੇ ਵਿੱਚ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਲਈ ਵੱਖ-ਵੱਖ ਤਰੀਕੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ। ਸੋ ਲਖੀਮਪੁਰ ਦੀ ਘਟਨਾ ਦੇ ਲਈ ਇਹ ਕਿੰਨੇ ਵਜੇ ਤੱਕ ਜਿਹੜਾ ਆ ਤੁਸੀਂ ਇੱਥੇ ਬੈਠੇ ਰਹੋਗੇ? ਦੇਖੋ ਇਹ 10 ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ, ਇਹ ਕੰਟੀਨਿਊਟੀ ਉਦੋਂ ਤੱਕ ਚੱਲੇਗਾ। ਅੱਛਾ ਜੀ, ਅੱਜ ਸਵੇਰ ਦੀ ਕੋਈ ਟ੍ਰੇਨ ਫਿਰ ਗੁਜ਼ਰੀ ਹੈ ਜਦੋਂ ਤੇ ਤੁਸੀਂ ਆਏ ਹੋ? ਨਹੀਂ, ਅਸੀਂ ਲਗਭਗ ਪੌਣੇ 10 ਵਜੇ ਇੱਥੇ ਟਰੈਕ ਤੇ ਅਸੀਂ ਬਹਿ ਗਏ ਸੀ, ਉਦੋਂ ਬਾਅਦ ਨਾ ਟ੍ਰੇਨ ਗੁਜ਼ਰੀ। ਸਾਰੇ ਪੰਜਾਬ ਵਿੱਚ ਹਰਿਆਣਾ ਇਹੋ ਜਿਹੀ ਸਟੇਟ ਆ ਜਿੱਥੇ ਇੱਕ ਵੀ ਟ੍ਰੇਨ ਨਹੀਂ ਚੱਲ ਰਹੀ। ਹੁਣ ਤਾਂ ਪੂਰੇ ਦੇਸ਼ ਤੋਂ ਵੱਡੇ ਪੱਧਰ ਤੇ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਟ੍ਰੇਨਾਂ ਜਾਮ ਹੋਣ ਦੀਆਂ ਖਬਰਾਂ ਵੀ ਆ ਰਹੀਆਂ। ਸੋ ਲੋਕ ਜਿਹੜਾ ਆ ਹੁੰਗਾਰਾ ਮਿਲ ਰਿਹਾ ਤੇ ਲਖੀਮਪੁਰ ਦਾ ਇਨਸਾਫ ਮਿਲ ਸਕੇਗਾ? ਮੈਨੂੰ ਲੱਗਦਾ ਅਸੀਂ ਤਾਂ ਦਾਅਵਾ ਕਰਾਂਗੇ। ਤੁਸੀਂ ਦੇਖ ਸਕਦੇ, ਤੁਸੀਂ ਬਕਾਇਦਾ ਆਪਦੀ ਕੈਮਰੇ ਰਾਹੀਂ ਫੋਟੋਆਂ ਦਿਖਾ ਕੇ ਦੇਖ ਸਕਦੇ ਹੋ ਵੀ ਕਿੰਨੇ ਵੱਡੇ ਪੱਧਰ ਤੇ ਇਸ ਰੇਲ ਟਰੈਕ ਤੇ ਹਜ਼ਾਰਾਂ ਲੋਕਾਂ ਦਾ ਇਕੱਠ ਆ। ਬਹੁਤ ਵੱਡਾ ਲੋਕਾਂ ਦਾ ਹੰਗਾਰਾ ਵਾ। ਹੰਗਾਰਾ ਜਿਹੜਾ ਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਦਾ ਮਿਲ ਰਿਹਾ। ਤੇ ਜੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣੇ ਆਏ ਤੇ ਰੇਲਵੇ ਟਰੈਕ ਤੇ ਬੈਠੇ ਹੋਏ ਕਿਸਾਨਾਂ ਦੀਆਂ, ਸਭ ਤੋਂ ਪਹਿਲਾਂ ਤਾਂ ਬੀਬੀਆਂ ਮੋਹਰੇ ਜਿਹੜੀਆਂ ਤੁਹਾਨੂੰ ਦਿਖਾਈ ਦੇਣਗੀਆਂ। ਇੱਕ ਛੋਟਾ ਜਿਹਾ ਬੱਚਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ, ਬਹੁਤ ਛੋਟਾ ਬੱਚਾ। ਮੌਸਮ ਜਿਹੋ ਜਿਹਾ ਵੀ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਿਹੜੀ ਆ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਈ ਹੈ। ਰੇਲਵੇ ਟਰੈਕ ਤੇ ਬੈਠੇ ਹੋਏ ਨੇ, ਕਠਿਨਾਈਆਂ ਦਾ ਸਾਹਮਣਾ ਜਿਹੜਾ ਉਹ ਕਰ ਰਿਹਾ। ਸੋ ਕਲੋਜ਼ ਕਰਕੇ ਬੱਚਾ ਜ਼ਰੂਰ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਬੱਚੇ ਬੈਠੇ ਹੋਏ ਨੇ ਹੱਕਾਂ ਦੀ ਖਾਤਰ। ਔਰ ਸਰਕਾਰ ਜਿਹੜੀ ਹੈ ਅਜੇ ਤੱਕ ਕਿਸਾਨਾਂ ਦੀ ਗੱਲਬਾਤ ਸੁਣਨ ਲਈ ਤਿਆਰ ਨਹੀਂ। ਲਖੀਮਪੁਰ ਦੀ ਵੱਡੀ ਘਟਨਾ ਵਾਪਰਦੀ ਹੈ ਜਿਸ ਵਿੱਚ ਕਿਸਾਨਾਂ ਨੂੰ ਜਿਹੜਾ ਆ ਗੱਡੀ ਦੇ ਹੇਠ ਕੁਚਲ ਕੇ ਮਾਰ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਆਸ਼ੀਸ਼ ਮਿਸ਼ਰਾ ਨੂੰ ਬੇਸ਼ੱਕ ਗ੍ਰਿਫਤਾਰ ਕਰ ਲਿਆ ਗਿਆ, ਪਰੰਤੂ ਉਸਦੇ ਪਿਤਾ ਅਜੇ ਮਿਸ਼ਰਾ ਦੇ ਬਾਰੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਕੋਈ ਵੀ ਕਾਰਵਾਈ ਸਰਕਾਰ ਦੇ ਵੱਲੋਂ ਨਹੀਂ ਹੋਈ। ਹਾਲਾਂਕਿ ਨਿਰਮਲਾ ਸੀਤਾਰਮਨ ਜੀ ਨੂੰ ਜਦੋਂ ਫੋਰਨ ਦੇ ਵਿੱਚ ਇਹ ਸਵਾਲ ਲਖੀਮਪੁਰ ਦਾ ਪੁੱਛਿਆ ਗਿਆ ਸੀ ਤਾਂ ਉਦੋਂ ਵੀ ਇਹੀ ਕਿਹਾ ਗਿਆ ਸੀਗਾ ਕਿ ਫਸਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ। ਕਲੀਅਰ ਕੱਟ ਗੱਲ ਜਿਹੜੀ ਸੀਗੀ ਜਿਹੜੇ ਦੋਸ਼ੀਆਂ ਨੂੰ ਪਕੜਨ ਦੀ ਉਹ ਨਹੀਂ ਕੀਤੀ ਗਈ, ਕਿਉਂਕਿ ਜਦੋਂ ਤੱਕ ਕਿਸਾਨਾਂ ਦਾ ਕਹਿਣਾ ਹੈ ਕਿ ਪਾਵਰ ਵਿੱਚ ਹੈਗਾ ਅਜੇ ਮਿਸ਼ਰਾ, ਜਦੋਂ ਤੱਕ ਉਹ ਕੇਂਦਰ ਦੇ ਵਿੱਚ ਸੱਤਾ ਤੇ ਬੈਠੇ ਹੋਏ ਨੇ, ਇੱਕ ਅਹੁਦੇ ਤੇ ਬੈਠੇ ਹੋਏ ਨੇ, ਉਦੋਂ ਤੱਕ ਇਨਸਾਫ ਜਿਹੜਾ ਹੈ ਉਹ ਕਿਸਾਨਾਂ ਨੂੰ ਨਹੀਂ ਮਿਲ ਸਕਦਾ। ਸੋ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਪਹਿਲਾਂ ਬੈਠੀਆਂ ਹੋਈਆਂ ਨੇ, ਜਿਹੜੇ ਬੰਦੇ ਨੇ ਜਿਹੜੇ ਨਾਲ ਕਿਸਾਨ ਜੁੜੇ ਹੋਏ ਨੇ ਉਹ ਪਿੱਛੇ ਬੈਠੇ ਹੋਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਔਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਜਿਹੜਾ ਆ ਇਸ ਨੂੰ ਜਾਮ ਕੀਤਾ ਗਿਆ ਰੇਲਵੇ ਟਰੈਕ ਨੂੰ ਲਖੀਮਪੁਰ ਦੀ ਘਟਨਾ ਨੂੰ ਲੈ ਕੇ। ਸੋ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਬੀਬੀ ਜਿਹੜੇ ਬੈਠੇ ਨੇ ਬੱਚੇ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਛੋਟੇ ਜਿਹੇ ਬੱਚੇ ਨੂੰ ਇੱਥੇ ਅੰਦੋਲਨ 'ਚ ਲੈ ਕੇ ਆਏ ਹੋ। ਲਖੀਮਪੁਰ ਦੇ ਵਿੱਚ ਬੜੀ ਵੱਡੀ ਘਟਨਾ ਵਾਪਰੀ ਹੈ, ਘਟਨਾਵਾਂ ਕਿਤੇ ਵੀ ਹੋ ਸਕਦੀਆਂ ਨੇ, ਸੋ ਤੁਹਾਨੂੰ ਡਰ ਨਹੀਂ ਲੱਗਦਾ? ਡਰ ਤੇ ਲੱਗਦਾ ਹੀ ਜੀ ਕਿ ਆਪਣੇ ਹੁਣ ਗਾਂ ਛੋਟੇ ਛੋਟੇ ਬੱਚੇ ਨੇ, ਇਹਨਾਂ ਦੇ ਜਿਹੜਾ ਆਉਣ ਵਾਲਾ ਫਿਊਚਰ ਹੈ ਇਹਨਾਂ ਨੂੰ ਮਤਲਬ ਖਤਰਾ ਵਾ। ਜੇ ਅੱਜ ਨਾ ਆਪਾਂ ਇਸ ਚੀਜ਼ ਦੇ ਉੱਤੇ ਆਪਣਾ ਜਦੋਂ ਕਿ ਕੋਈ ਫੈਸਲਾ ਨਾ ਲਿਆ ਜਾਂ ਲਖੀਮਪੁਰ ਵਿੱਚ ਵੀ ਕਿਸਾਨ ਵਿਰੋਧ ਕਰ ਲਈ ਗਏ ਸੀ, ਤੁਸੀਂ ਅੱਜ ਇੱਥੇ ਵੀ ਵਿਰੋਧ ਕਰਨ ਦੇ ਲਈ ਆਏ ਹੋ। ਸੋ ਕਿਤੇ ਨਾ ਕਿਤੇ ਇੱਕ ਡਰ ਜਿਹਾ ਤਾਂ ਜ਼ਰੂਰ ਹੁੰਦਾ ਹੋਏਗਾ ਤੁਹਾਡੇ ਮਨ ਦੇ ਵਿੱਚ ਕਿ ਕਿਉਂਕਿ ਘਟਨਾ ਉੱਥੇ ਬਹੁਤ ਵੱਡੀ ਵਾਪਰ ਗਈ ਸੀਗੀ, ਉਹਦੇ ਇਨਸਾਫ ਲਈ ਤੁਸੀਂ ਇੱਥੇ ਬੈਠੇ ਹੋ। ਪਰੰਤੂ ਕੀ ਲੱਗਦਾ ਹੈ ਕਿ ਇਨਸਾਫ ਮਿਲ ਸਕੇਗਾ ਔਰ ਤੁਸੀਂ ਬਿਲਕੁਲ ਸੇਫ ਹੋ ਇੱਥੇ, ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ? ਫਿਲਹਾਲ ਤੇ ਤੁਹਾਡੇ ਸਾਹਮਣੇ ਹੀ ਆ, ਆਪਣੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇੱਥੇ ਬੈਠੇ ਆ ਧੁੱਪ ਵਿੱਚ, ਇਸੇ ਆਸ ਵਿੱਚ ਹੀ ਆ ਕਿ ਆਪਣੀ ਜੀ ਬਿਲਕੁਲ ਦੇਖ ਸਕਦੇ ਹੋ ਕਿ ਬੱਚਾ ਜਿਹੜਾ ਆ ਬਹੁਤ ਛੋਟਾ ਬੱਚਾ। ਕਿੰਨੀ ਉਮਰ ਕਿੰਨੀ ਹੈ? ਇਹ ਜੀ 8 ਮਹੀਨਿਆਂ ਦਾ ਜੀ। 8 ਮਹੀਨੇ ਦਾ। 8 ਮਹੀਨੇ ਦੇ ਬੱਚੇ ਨੂੰ ਲੈ ਕੇ ਮਾਤਾ ਜਿਹੜੇ ਉਹਦੇ ਇੱਥੇ ਬੈਠੇ ਹੋਏ ਨੇ। ਇਨਸਾਫ ਦੀ ਜਿਹੜੀ ਆ ਉਹ ਮੰਗ ਹੋ ਰਹੀ ਹੈ। ਬੇਟੀ ਵੀ ਤੁਹਾਡੀ ਹੈ ਨਾਲ?
ਕਿੰਨੀ ਉਮਰ ਹੈ? ਇਹ ਜੀ 5 ਸਾਲ ਦੀ ਹੈ। 5 ਸਾਲ ਦੀ। ਪਰ ਤੁਸੀਂ ਦੇਖ ਸਕਦੇ ਹੋ ਕਿ ਜਜ਼ਬਾ ਕੀ ਹੈਗਾ ਆ ਬੀਬੀਆਂ ਦਾ, ਭੈਣਾਂ ਦਾ, ਬੱਚਿਆਂ ਸਮੇਤ ਇੱਥੇ ਪੱਥਰਾਂ ਦੇ ਉੱਪਰ, ਇਹ ਪੱਥਰ ਨੇ, ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੱਥਰਾਂ ਦੇ ਉੱਪਰ ਬੈਠੀਆਂ ਹੋਈਆਂ ਨੇ। ਘਰਾਂ ਦੇ ਵਿੱਚ ਇੱਕ ਸੇਫ ਜ਼ੋਨ ਦੇ ਵਿੱਚ ਉਹ ਬੈਠੀਆਂ ਹੁੰਦੀਆਂ ਸੀਗੀਆਂ, ਪਰੰਤੂ ਸਰਕਾਰ ਨੇ ਅਜਿਹੇ ਕਾਰਨਾਮੇ ਕੀਤੇ ਕਿ ਅੱਜ ਉਹਨਾਂ ਨੂੰ ਇੱਥੇ ਰੁਲਣਾ ਪੈ ਰਿਹਾ ਹੈ ਪੱਥਰਾਂ ਦੇ ਉੱਪਰ, ਔਰ ਸ਼ਾਮ ਤੱਕ ਤੁਸੀਂ ਇੱਥੇ ਰਹੋਗੇ। ਹਾਂਜੀ, ਅਸੀਂ ਆਪਣੇ ਬੱਚਿਆਂ ਲੈ ਕੇ ਉਹਨਾਂ ਟਾਈਮ ਤੱਕ ਇੱਥੇ ਬੈਠੇ ਰਵਾਂਗੇ ਜਿੰਨਾ ਤੱਕ ਸਾਡੀਆਂ ਜਿਹੜੀਆਂ ਮੰਗਾਂ। ਕਿ ਬੱਚਾ ਪਰੇਸ਼ਾਨ ਵੀ ਕਰ ਰਿਹਾ ਹੈ, ਰੋ ਵੀ ਰਿਹਾ ਤਾਂ ਵੀ ਤੁਸੀਂ ਗੱਲ ਨਹੀਂ ਜੀ, ਇਹਦੇ ਨਾਲ ਕਰਨਾ, ਕੋਆਪਰੇਟ ਕਰ ਲਾਂਗੀ ਮੈਂ ਇਹਦੇ ਨਾਲ। ਹਾਂਜੀ, 50 ਕਿਲੋਮੀਟਰ ਦਾ ਘੇਰਾ BSF ਚ ਲੈਂਦਾ। ਸੋ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕਿਸਾਨ ਜਿਹੜੇ ਨੇ, ਬਜ਼ੁਰਗ ਮਾਤਾ ਜੀ ਤੁਸੀਂ ਦੇਖ ਸਕਦੇ ਹੋ, ਉਮਰ ਵੱਡੀ ਹੈਗੀ ਹੈ। ਉਸ ਤਰਫ ਵੀ ਬਜ਼ੁਰਗ ਮਾਤਾ ਜੀ ਨੇ। ਉਮਰ ਦੇ ਹਿਸਾਬ ਨਾਲ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹ ਘਰਾਂ ਵਿੱਚ ਸੁੱਖ ਦੀ ਸਮਾਂ ਜਿਹੜਾ ਗੁਜ਼ਾਰਨ ਦਾ ਇਹਨਾਂ ਦਾ ਸਮਾਂ ਸੀਗਾ ਕਿ ਇਹ ਘਰ ਵਿੱਚ ਬੜੇ ਆਰਾਮ ਦੇ ਨਾਲ ਬੈਠਦੇ, ਪਰੰਤੂ ਲਖੀਮਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹਰ ਇੱਕ ਦਾ ਹਿਰਦਾ ਜਿਹੜਾ ਹੈ ਉਹ ਬਲੂੰਦਰਾ ਗਿਆ ਤਾਂ ਉਹ ਇੱਥੇ ਪਹੁੰਚੇ ਨੇ। ਇਸ ਦੇ ਨਾਲ ਨਾਲ ਸਿੰਘੂ ਬਾਰਡਰ ਦੇ ਉੱਪਰ ਵੀ ਘਟਨਾ ਵਾਪਰੀ ਹੈ, ਉਸ ਦੀ ਜਾਂਚ ਵੀ ਜਿਹੜੀ ਹੈ ਉਹ ਹੋ ਰਹੀ ਹੈ। ਉਹਦੇ ਵਿੱਚ ਗ੍ਰਿਫਤਾਰੀ ਜਿਹੜੀ ਨਿਹੰਗ ਸਿੰਘਾਂ ਦੇ ਵੱਲੋਂ ਦੇ ਦਿੱਤੀ ਗਈ ਹੈ। ਉਸ ਘਟਨਾ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਿਆ ਜਾ ਰਿਹਾ ਸੀ, ਹਾਲਾਂਕਿ ਨਿਹੰਗ ਸਿੰਘਾਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਹ ਘਟਨਾ ਦੇ ਲਈ ਉਹ ਖੁਦ ਜ਼ਿੰਮੇਵਾਰ ਨੇ। ਸੋ ਇੱਥੇ ਗੱਲ ਇਹ ਬਣਦੀ ਹੈ, ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਨਿਹੰਗ ਸਿੰਘਾਂ ਦੇ ਵੱਲੋਂ ਤਾਂ ਕਾਨੂੰਨ ਦੇ ਮੁਤਾਬਿਕ ਆਪਣੇ ਆਪ ਨੂੰ ਸਰੈਂਡਰ ਕਰ ਜਿਹੜਾ ਉਹ ਕਰ ਦਿੱਤਾ ਗਿਆ, ਪਰੰਤੂ ਲਖੀਮਪੁਰ ਦੀ ਘਟਨਾ ਜਿਹੜੀ ਪਹਿਲਾਂ ਦੀ ਵਾਪਰੀ ਹੋਈ ਹੈ ਉਸ ਘਟਨਾ ਦੇ ਵਿੱਚ ਅਜੇ ਕਿਤੇ ਵੀ ਜਿਹੜਾ ਆ ਦਿਖਾਈ ਨਹੀਂ ਦਿੰਦਾ ਕਿ ਇਨਸਾਫ ਹੋ ਰਿਹਾ ਹੋਵੇ। ਜੇ ਅਸੀਂ ਗੱਲ ਕਰਦੇ ਹਾਂ ਤਾਂ ਅਜੇ ਮਿਸ਼ਰਾ ਦੇ ਵੱਲੋਂ ਅਜੇ ਮਿਸ਼ਰਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪਹਿਲਾਂ ਤਾਂ ਉਹ ਪੁੱਛਗਿੱਛ ਲਈ ਵੀ ਉੱਥੇ ਨਹੀਂ ਪਹੁੰਚੇ ਸੀਗੇ ਪੁਲਿਸ ਡਿਪਾਰਟਮੈਂਟ, ਪੁਲਿਸ ਦੇ ਕੋਲ, ਔਰ ਫਿਰ ਜਦੋਂ ਉਹ ਦੂਜੀ ਵਾਰ ਜਦੋਂ ਨੋਟਿਸ ਬੋਰਡ ਉਹਨਾਂ ਦੇ ਘਰ ਅੱਗੇ ਲਗਾਇਆ ਜਾਂਦਾ ਤਾਂ ਫਿਰ ਉਹ ਇਨਕੁਆਇਰੀ ਦੇ ਲਈ, ਪੁੱਛਗਿੱਛ ਦੇ ਲਈ ਆਉਂਦੇ ਨੇ। ਫਿਰ ਦੇਰ ਸ਼ਾਮ ਤੱਕ ਉਹਨਾਂ ਨੂੰ ਗ੍ਰਿਫਤਾਰ ਅਜੇ ਮਿਸ਼ਰਾ ਨੂੰ ਕਰ ਲਿਆ ਜਾਂਦਾ ਹੈ, ਪਰੰਤੂ ਉਹਨਾਂ ਦੇ ਪਿਤਾ ਜਿਹੜੇ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਉਹਨਾਂ ਦੇ ਪਿਤਾ ਅਜੇ ਮਿਸ਼ਰਾ ਜਿਹੜੇ ਨੇ ਉਹ ਇੱਕ ਮੰਤਰੀ ਦੇ ਅਹੁਦੇ ਤੇ ਬਣੇ ਹੋਏ ਨੇ, ਗ੍ਰਹਿ ਮੰਤਰਾਲਾ ਹੈ ਉਹਨਾਂ ਦੇ ਕੋਲ। ਸੋ ਇਸ ਦੇ ਹਿਸਾਬ ਨਾਲ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਉਹ ਆਪਣੇ ਅਹੁਦੇ ਤੇ ਬਣੇ ਹੋਏ ਨੇ ਉਦੋਂ ਤੱਕ ਇਨਸਾਫ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਨਹੀਂ ਹੋ ਸਕਦਾ। ਜਾਂਚ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਜਿਹੜੀ ਉਹ ਨਹੀਂ ਹੋ ਸਕਦੀ ਹੈ। ਇਹ ਬਹੁਤ ਵੱਡਾ ਫੈਕਟ ਹੈਗਾ ਹੈ ਕਿ ਉਸਦੇ ਪਿਤਾ ਜਿਹੜੇ ਨੇ ਉਹ ਅਹੁਦੇ ਤੇ ਬਣੇ ਹੋਏ ਨੇ। ਉਸਦੇ ਪਿਤਾ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀਗਾ ਜੇਕਰ ਜਿਹੜਾ ਹੈ ਉਹਨਾਂ ਦੇ ਬੇਟਾ ਜਿਹੜਾ ਹੈ ਉਹ ਦੋਸ਼ੀ ਸਾਬਿਤ ਹੋ ਜਾਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਉਦੋਂ ਹੀ ਅਸਤੀਫਾ ਦੇ ਦੇਣਗੇ। ਸੋ ਜਾਂਚ ਪੜਤਾਲ ਦੇ ਵਿੱਚ ਜਿਹੜਾ ਪੁਲਿਸ ਨੂੰ ਲੱਗਿਆ ਕਿ ਉਹਨਾਂ ਦਾ ਸਾਥ ਨਹੀਂ ਦੇ ਰਹੇ, ਉਸ ਤੋਂ ਬਾਅਦ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਆਸ਼ੀਸ਼ ਮਿਸ਼ਰਾ ਨੂੰ, ਪਰੰਤੂ ਉਹਨਾਂ ਦੇ ਪਿਤਾ ਵੱਲੋਂ ਜਿਹੜਾ ਅਸਤੀਫਾ ਨਹੀਂ ਦਿੱਤਾ ਗਿਆ। ਸੋ ਗੱਲ ਕਰਦੇ ਹਾਂ ਤੁਹਾਡੇ ਨਾਲ ਜੀ ਅਸੀਂ ਲਖੀਮਪੁਰ ਦੀ, ਤਾਂ ਉਹਦੇ ਪਿਤਾ ਅਜੇ ਮਿਸ਼ਰਾ ਨੇ ਕਿਹਾ ਸੀਗਾ ਕਿ ਜੇ ਮੇਰਾ ਬੇਟਾ ਜਾਂਚ ਪੜਤਾਲ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਮੈਂ ਅਸਤੀਫਾ ਦੇ ਦਿਆਂਗਾ। ਸੋ ਗੱਲਬਾਤ ਜਦੋਂ ਪੁਲਿਸ ਵੱਲੋਂ ਕੀਤੀ ਗਈ ਤਾਂ ਪੁਲਿਸ ਨੂੰ ਲੱਗਿਆ ਕਿ ਇਹ ਜਾਂਚ ਵਿੱਚ ਉਹਨਾਂ ਦੀ ਸਹਾਇਤਾ ਨਹੀਂ ਕਰ ਰਹੇ, ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ, ਕਿਤੇ ਨਾ ਕਿਤੇ ਉਹਨਾਂ ਨੂੰ ਦੋਸ਼ੀ ਲੱਗੇ ਸੀ ਤੇ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ। ਸੋ ਉਸ ਤੋਂ ਬਾਅਦ ਵੀ ਅਜੇ ਮਿਸ਼ਰਾ ਦਾ ਅਸਤੀਫਾ ਜਿਹੜਾ ਆ ਉਹ ਨਹੀਂ ਆਉਂਦਾ, ਹਾਲਾਂਕਿ ਉਹਨਾਂ ਨੇ ਬਿਆਨ ਦਿੱਤਾ ਸੀਗਾ ਸਾਰੇ ਟੀਵੀ ਚੈਨਲਸ ਦੇ ਉੱਪਰ ਕਿ ਉਹ ਆਪਣਾ ਅਸਤੀਫਾ ਜਿਹੜਾ ਉਹ ਦੇ ਦੇਣਗੇ। ਜੀ ਦੇਖੋ ਜੀ, ਇਹ ਬੇਹੱਦ ਬੇਸ਼ਰਮ ਲੀਡਰ ਨੇ। ਆਪਣੀ ਕਹੀ ਹੋਈ ਗੱਲ ਤੋਂ ਪਲਟ ਜਾਣਾ, ਯੂ ਟਰਨ ਲੈ ਜਾਣਾ, ਇਹਨਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ। ਜਿਵੇਂ ਦੇਖੋ, ਜਿਵੇਂ ਮੋਦੀ ਸਾਹਿਬ ਨੇ ਕੀ ਆਪਣੇ ਕੀਤੇ ਸੀਗੇ ਵਾਅਦੇ, ਕੋਈ 15 ਲੱਖ ਦਾ ਕੀਤਾ ਸੀ, 2 ਕਰੋੜ ਨੌਕਰੀਆਂ ਦੇ ਕੀਤਾ ਸੀ। ਸਾਰੇ ਵਾਅਦੇ ਕਰਦੇ ਆ ਪਰ ਜਦੋਂ ਟਾਈਮ ਆਉਂਦਾ ਵਾਅਦਾ ਪਕਾਉਣ ਦਾ ਤੇ ਉਸ ਤੋਂ ਬਾਅਦ ਉਹ ਮੁੱਕਰ ਜਾਂਦੇ ਆ। ਸੋ ਕਿਤੇ ਅਜੇ ਮਿਸ਼ਰਾ ਨੂੰ ਲੱਗਦਾ ਸੀ ਕਿ ਪੁਲਿਸ ਪ੍ਰਸ਼ਾਸਨ ਸਾਰਾ ਮੇਰੇ ਅੰਡਰ ਆ ਤੇ ਸੋ ਇਸ ਚੀਜ਼ ਕਰਕੇ ਮੈਨੂੰ ਇਸ ਚੀਜ਼ ਦੀ ਨੌਬਤ ਨਹੀਂ ਆਉਣੀ। ਪਰ ਉਹਨੂੰ ਜਨਤਾ ਦੇ ਆਕਰੋਸ਼ ਦਾ ਨਹੀਂ ਸੀ ਪਤਾ ਕਿ ਜਨਤਾ ਕਿੰਨੀ ਆਕਰੋਸ਼ਿਤ ਆ, ਔਰ ਜਨਤਾ ਦੇ ਦਬਾਅ ਹੇਠ ਜਦੋਂ ਪੁਲਿਸ ਨੇ ਕੰਮ ਕੀਤਾ ਔਰ ਬਾਰ-ਬਾਰ ਉਹਨੇ ਇਨਵੈਸਟੀਗੇਸ਼ਨ ਕੀਤੀ, ਉਹਦੀ ਜਿੰਨੇ ਘੰਟੇ ਵੀ ਇਨਵੈਸਟੀਗੇਸ਼ਨ ਚੱਲੀ, ਔਰ ਕੋਈ 10 ਵਾਰ ਦੇ ਕਰੀਬ ਕਦੇ ਚਾਹ, ਕਦੇ ਸਮੋਸੇ, ਕਦੇ ਬਿਸਕਟ, ਕਦੇ ਪਹੁੰਚਦੇ ਰਹੇ ਉਹਨਾਂ ਦੇ ਕੋਲੋਂ। ਇੱਕ VIP ਟ੍ਰੀਟਮੈਂਟ ਦਿੱਤੀ ਗਈ ਆ ਪੁਲਿਸ ਵੱਲੋਂ ਉਹਨੂੰ, ਆਪਣੇ ਮੁਲਜ਼ਮ ਨੂੰ, ਜਦ ਕਿ ਇੱਕ 302 ਧਾਰਾ ਦਾ ਮੁਲਜ਼ਮ ਸੀ ਉਹਦੇ ਨਾਲ ਵਕੀਲ ਵੀ ਨਹੀਂ ਸੀ ਬਹਿ ਸਕਦੇ, ਉਹਦੇ ਨਾਲ 2 ਵਕੀਲ ਵੀ ਬਿਠਾਏ ਗਏ। ਜਿੰਨੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਪ੍ਰਸ਼ਾਸਨ ਵੱਲੋਂ, ਅਦਾਰੇ ਵੱਲੋਂ ਜਾਂ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹਨਾਂ ਆਪਣਾ ਅਜੇ ਮਿਸ਼ਰਾ ਵੱਲੋਂ, ਉਹਨਾਂ ਆਪਣੀ ਪੂਰੀ ਪੁਰਜੋਰ ਕੋਸ਼ਿਸ਼
ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚੋਂ ਜਾਂਚ ਦੇ ਵਿੱਚੋਂ ਕੁਝ ਵੀ ਨਾ ਨਿਕਲੇ। ਉਹਦੇ ਬਾਵਜੂਦ ਜਦੋਂ ਉਹਦੇ ਸਵਾਲਾਂ ਦੇ ਜਵਾਬ ਉਹਨੂੰ ਨਹੀਂ ਆਏ ਬਿਲਕੁਲ, ਤੇ ਮਜਬੂਰੀ ਵਾਸਤੇ ਪੁਲਿਸ ਨੂੰ ਉਹਨੂੰ ਅਰੈਸਟ ਕਰਨਾ ਪਿਆ ਉਹਨੂੰ। ਔਰ ਜਦੋਂ ਅਰੈਸਟ ਕਰ ਲਿਆ, ਹੁਣ ਇਸ ਤੋਂ ਅਗਲੇ ਬੰਨੇ ਉਹਨਾਂ ਦਾ ਤੇ ਫਰਜ਼ ਬਣਦਾ, ਜੇ ਉਹਨਾਂ 'ਚ ਥੋੜ੍ਹੀ ਬਹੁਤੀ ਵੀ ਕੋਈ ਗੈਰਤ ਨਾਂ ਦੀ ਕੋਈ ਚੀਜ਼ ਹੈਗੀ ਆ, ਆਪਣੀ ਗੱਲ ਦੇ ਉੱਤੇ ਉਹ ਟਿਕਣਾ ਚਾਹੁੰਦੇ ਆ, ਕਦੇ ਇਹ ਸਾਬਤ ਵੈਸੇ ਸਾਨੂੰ ਨਹੀਂ ਲੱਗਦਾ, ਕਿਉਂਕਿ ਗੁੰਡੇ ਜਦੋਂ ਭਰਤੀ ਕੀਤੇ ਆ ਬੀਜੇਪੀ ਨੇ ਤੇ ਉਹ ਗੁੰਡਾਈ ਕਰਨਗੇ, ਉਹ ਆਰਤੀਆਂ ਤੇ ਕਰਨਗੇ ਨਹੀਂ ਆ ਕੇ। ਸੋ ਅਸੀਂ ਗੁੰਡੇ ਬਦਮਾਸ਼ਾਂ ਦੀ ਜ਼ਬਾਨ ਦੇ ਉੱਤੇ ਕੋਈ ਯਕੀਨ ਨਹੀਂ ਕਰਦੇ ਕਿ ਜਿਹੜੀ ਉਹਨਾਂ ਨੇ ਜ਼ਬਾਨ ਕੀਤੀ ਸੀ ਉਹ ਚੀਜ਼ ਉਹ ਕਰਨਗੇ, ਐਕਸ਼ਨ ਵੀ ਲੈਣਗੇ ਉਹਦੇ ਉੱਤੇ। ਸੋ ਗੱਲ ਇਹ ਹੈ ਕਿ ਬੀਜੇਪੀ ਇਸ ਸਮੇਂ ਸੱਤਾ ਦੇ ਵਿੱਚ ਹੈ, ਬੀਜੇਪੀ ਦੇ ਉਹ ਮੰਤਰੀ ਨੇ। ਸੋ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਆਪਣੇ ਹੀ ਬੰਦਿਆਂ ਦੇ ਕੋਲੋਂ ਕਾਨੂੰਨ ਦੀ ਪਾਲਣਾ ਕਰਾਉਣੀ ਚਾਹੀਦੀ ਹੈ, ਕਿਸੇ ਆਮ ਬੰਦੇ ਤੋਂ ਬਾਅਦ ਦੇ ਵਿੱਚ ਉਮੀਦ ਕਰਨੀ ਚਾਹੀਦੀ ਹੈ। ਜੇ ਉਹਨਾਂ ਦੇ ਬੰਦੇ ਹੀ ਕਾਨੂੰਨ ਪਾਲਣ ਨਹੀਂ ਕਰਦੇ, ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲਦੇ, ਤਾਂ ਫਿਰ ਕਿਸ ਤੋਂ ਆਸ ਕੀਤੀ ਜਾਵੇਗੀ? ਦੇਖੋ ਜੀ, ਜੇ ਕਾਨੂੰਨ ਪਾਲਣਾ ਕਰਨ ਵਾਲੇ, ਅਸੀਂ ਮੈਂ ਵਾਰ-ਵਾਰ ਕਹਿੰਦਾ ਕਿ ਕਾਨੂੰਨ ਪਾਲਣਾ ਕਰਨ ਵਾਲੇ ਬੰਦੇ ਬੀਜੇਪੀ ਲੈਂਦੀ ਨਹੀਂ ਹੈ। ਬੀਜੇਪੀ ਭਰਤੀ ਉਹਨਾਂ ਬੰਦਿਆਂ ਨੂੰ ਕਰਦੀ ਆ। ਦੇਖੀਏ ਹੁਣ ਇਹ ਜਿਹੜਾ ਅਜੇ ਮਿਸ਼ਰਾ ਆ, ਉਹ ਪਹਿਲਾਂ ਮੰਤਰੀ ਨਹੀਂ ਬਣਿਆ, ਤੇ ਇਹ ਨਹੀਂ ਕਿ ਪਹਿਲਾਂ ਮੰਤਰੀ ਬਣਿਆ ਤੇ ਬਾਅਦ ਵਿੱਚ ਗੁੰਡਾ ਬਣਿਆ। ਉਹ ਪਹਿਲਾਂ ਗੁੰਡਾ ਸੀ, ਉਹਨੂੰ ਇਸ ਕਰਕੇ ਮੰਤਰੀ ਬਣਾਇਆ ਗਿਆ ਆ। ਜੇ ਅਸੀਂ ਉਹਨਾਂ ਦੇ ਬੈਕਗਰਾਉਂਡ ਵੇਖਾਂਗੇ ਤੇ ਸਾਨੂੰ ਸਾਫ਼ ਪਤਾ ਲੱਗੂਗਾ ਕਿ ਉਹ ਕਦੇ ਵੀ ਕਾਨੂੰਨ ਨੂੰ ਮੰਨਣ ਵਾਲੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਕਦੇ ਵੀ ਉਹ ਨਹੀਂ ਰਹੇ ਆਪਣੀ ਜ਼ਿੰਦਗੀ ਦੇ ਵਿੱਚ। ਸੋ ਇਸ ਚੀਜ਼ ਕਰਕੇ ਬੀਜੇਪੀ ਦਾ ਅੱਜ ਤੱਕ ਆਧਾਰ ਹੀ ਇਹੀ ਰਿਹਾ ਕਿ ਗੁੰਡੇ ਬਦਮਾਸ਼ਾਂ ਦੀ ਪਾਰਟੀ ਆ। ਸੋ ਇਸ ਚੀਜ਼ ਕਰਕੇ ਅਸੀਂ ਆਸ ਨਹੀਂ ਕਰਦੇ ਅਜੇ ਵੀ ਇਹਨਾਂ ਚੀਜ਼ਾਂ ਤੋਂ ਕਿ ਜਿੰਨੀ ਦੇਰ ਉਹ ਸੱਤਾ ਦੇ ਵਿੱਚ ਰਹਿਣਗੇ ਉਨੀ ਦੇਰ ਕਿਸੇ ਵੀ ਤਰੀਕੇ ਨਾਲ ਉਹ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਗੇ। ਇੱਥੋਂ ਤੱਕ ਕਿ ਜੇ ਉਹ ਸੱਤਾ ਤੋਂ ਪਾਸੇ ਵੀ ਹੋ ਜਾਂਦੇ ਆ, ਕੁਰਸੀ ਤੋਂ ਬਰਖਾਸਤ ਵੀ ਕਰ ਦਿੱਤੇ ਜਾਂਦੇ ਆ, ਇਹਦੇ ਬਾਵਜੂਦ ਅਗਰ ਇਹ ਕੇਸ ਯੂਪੀ ਦੇ ਵਿੱਚ ਰਹਿੰਦਾ ਤੇ ਉਹ ਜਾਂਚ ਨੂੰ ਪ੍ਰਭਾਵਿਤ ਕਰਨਗੇ, ਕਿਉਂਕਿ ਉਹ ਇੱਕ ਗੁੰਡੇ ਲੈਵਲ ਦਾ। ਸੀਤਾਰਮਨ ਜੀ ਵੀ ਅਮਰੀਕਾ 'ਚ ਜਾ ਕੇ ਬਿਆਨ ਦਿੰਦੇ ਨੇ ਲਖੀਮਪੁਰ ਦੇ ਮੁੱਦੇ ਦੇ ਉੱਪਰ, ਜਿਹਦੇ ਵਿੱਚ ਲਖੀਮਪੁਰ ਦੇ ਲਈ ਉਹਨਾਂ ਨੇ ਕਿਹਾ ਕਿ ਘਟਨਾਕ੍ਰਮ ਜਿਹੜਾ ਆ ਮਾੜਾ ਸੀਗਾ, ਪਰੰਤੂ ਉਸ ਤੋਂ ਬਾਅਦ ਵੀ ਆਪਣੇ ਮੰਤਰੀਆਂ ਨੂੰ ਬਚਾਉਂਦੇ ਹੋਏ ਨਜ਼ਰ ਆਏ। ਕੀ ਕਹਿਣਾ ਹੈ ਕਿ ਇੰਨੇ ਵੱਡੇ ਅਹੁਦੇ ਤੇ ਬੈਠੇ ਹੋਏ ਨੇ ਨਿਰਮਲਾ ਸੀਤਾਰਮਨ ਜੀ, ਤੇ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਆਪਣੇ ਮੰਤਰੀਆਂ ਨੂੰ ਬਚਾਵ ਦੂਜੇ ਦੇਸ਼ ਵਿੱਚ ਕੀਤਾ ਗਿਆ? ਨਿਰਮਲਾ ਸੀਤਾਰਮਨ ਜੀ ਹਮੇਸ਼ਾ ਹੀ ਬਹੁਤ ਘਟੀਆ ਤਰੀਕੇ ਨਾਲ ਬਚਾਅ ਕਰਦੇ ਆ। ਉਹਨਾਂ ਨੂੰ ਜਦੋਂ ਕਿਹਾ ਸੀ ਕਿ ਪਿਆਜ਼ ਤੇ ਲਸਣ ਦੇ ਰੇਟ ਬਹੁਤ ਵਧੇ ਹੋਏ ਆ, ਤੇ ਉਹਨਾਂ ਦਾ ਜਵਾਬ ਅੱਗੋਂ ਸੀ ਕਿ ਮੈਂ ਤੇ ਲਸਣ ਪਿਆਜ਼ ਖਾਂਦੀ ਨਹੀਂ, ਬਾਕੀ ਜਾਣੇ ਵੀ ਖਾਣੇ ਬੰਦ ਕਰ ਦੇਣ, ਖਾਣੇ ਬੰਦ ਕਰ ਦੇਣ, ਜਾਂ ਫਿਰ ਲਗਾਉਣੇ ਬੰਦ ਕਰ ਦੇਣ, ਜਾਂ ਖਾਣੇ। ਇਹੀ ਚੀਜ਼ ਸ਼ਾਇਦ ਇਹੀ ਚੀਜ਼ ਕਹਿਣਾ ਚਾਹੁੰਦੇ ਹੋਣਗੇ। ਸੋ ਇਹ ਚੀਜ਼ ਕਰਕੇ ਉਹਨਾਂ ਦੇ ਬਿਆਨਬਾਜ਼ੀ ਦੇ ਉੱਤੇ ਜਾਵਾਂਗੇ ਤਾਂ ਬਿਆਨਬਾਜ਼ੀ ਤਾਂ ਉਹਨਾਂ ਦੀ ਬਹੁਤ ਘਟੀਆ ਲੈਵਲ ਦੀ ਰਹੀ ਹੈ ਹਮੇਸ਼ਾ। ਔਰ ਉਹਨਾਂ ਨੂੰ ਚਾਹੀਦਾ, ਕਿਉਂਕਿ ਉਹ ਕਿਸੇ ਪਾਰਟੀ ਦੇ ਨਹੀਂ ਇਸ ਟਾਈਮ ਹੈਗੇ ਆਪਣੇ ਵਿੱਤ ਮੰਤਰੀ, ਉਹ ਹੈਗੇ ਆ ਪੂਰੇ ਦੇਸ਼ ਦੇ ਵਿੱਤ ਮੰਤਰੀ ਆ। ਸੋ ਉਹਨਾਂ ਨੂੰ ਨਜ਼ਰ 'ਚ ਤੇ ਇਹ ਚੀਜ਼ ਰੱਖਣੀ ਚਾਹੀਦੀ ਕਿ ਸੰਵਿਧਾਨ ਦੇ ਹਿਸਾਬ ਦੇ ਨਾਲ ਜੋ ਕਾਨੂੰਨ ਲਾਗੂ ਹੋਣਾ ਚਾਹੀਦਾ ਉਸੇ ਤਰੀਕੇ ਨਾਲ ਜਵਾਬ ਦੇਣ। ਪੂਰੇ ਭਾਰਤ ਦੇ ਵਿੱਤ ਮੰਤਰੀ ਦੇ ਤੌਰ ਤੇ ਜੇ ਕਿਤੇ ਲਖੀਮਪੁਰ ਜਿਹੜੀ ਘਟਨਾ ਹੋਈ ਆ, ਸਿਰਫ ਉਹਨੂੰ ਕੰਡੈਮ ਕਰ ਦੇਣਾ, ਉਹਨੂੰ ਨਿੰਦ ਦੇਣਾ, ਇਹ ਕੋਈ ਮਸਲੇ ਦਾ ਹੱਲ ਨਹੀਂ ਹੈ। ਉਹਦੇ ਉੱਪਰ ਆਪਣੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਕਿ ਸਰਕਾਰ ਦੇ ਵਿੱਚੋਂ ਇਹੋ ਜਿਹੇ ਬੰਦੇ ਨੂੰ ਜਿਹਦੇ ਕਰਕੇ ਇਹੋ ਜਿਹੀ ਘਟਨਾ ਸਰੰਜਾਮ ਹੋਈ ਆ, ਉਹਨੂੰ ਕੱਢਿਆ ਜਾਵੇ ਸਰਕਾਰ ਦੇ ਵਿੱਚੋਂ। ਔਰ ਅੱਗੇ ਤੋਂ ਵੀ ਐਵੇਂ ਦੇ ਲੋਕਾਂ ਨੂੰ ਮੈਸੇਜ ਦਿੱਤਾ ਜਾਵੇ, ਔਰ ਅੱਗੇ ਤੋਂ ਤੌਬਾ ਕੀਤੀ ਜਾਵੇ ਕਿ ਐਵੇਂ ਦੇ ਗੁੰਡੇ, ਬਲਾਤਕਾਰੀ, ਜੋ ਲੁੱਟ ਮਾਰ ਦੀਆਂ ਘਟਨਾਵਾਂ 'ਚ ਜਿਹੜੇ ਸ਼ਾਮਲ ਹੁੰਦੇ ਆ, ਚੋਰੀਆਂ ਦੀਆਂ ਘਟਨਾਵਾਂ ਸ਼ਾਮਲ, ਦੰਗਾ ਕਰਾਉਣ ਦੀਆਂ ਘਟਨਾਵਾਂ ਸ਼ਾਮਲ ਹੁੰਦੇ ਆ, ਉਹਨਾਂ ਨੂੰ ਅੱਗੇ ਤੋਂ ਜਿਹੜੀ ਪਾਰਟੀ ਵੱਲੋਂ ਟਿਕਟਾਂ ਉਹ ਨਾ ਦਿੱਤੀਆਂ ਜਾਣ। ਗੱਲ ਸਿਰਫ ਇਹ ਹੈਗੀ ਆ ਕਿ ਮੰਤਰੀ ਪਦ ਦੇ ਉੱਪਰ ਜਾਂ ਜਿਹੜਾ ਕੋਈ ਵੀ ਟਿਕਟ ਦੇ ਉੱਪਰ ਲੜਨ ਦੇ ਲਈ ਉਹ ਬੰਦਾ ਹੋਣਾ ਚਾਹੀਦਾ ਹੈ ਜਿਹਦੇ ਕੋਈ ਕ੍ਰਿਮੀਨਲ ਪਹਿਲਾਂ ਕੇਸ ਜਿਹੜਾ ਆ ਉਹ ਨਾ ਪਿਆ। ਪਹਿਲੀ ਚੀਜ਼ ਤੇ ਇਹ ਕਾਨੂੰਨ ਬਣ ਜਾਣਾ ਚਾਹੀਦਾ, ਇਹ ਕਾਨੂੰਨ ਬਣ ਜਾਣਾ ਚਾਹੀਦਾ। ਔਰ ਉਸ ਤੋਂ ਬਾਅਦ ਵਿੱਚ ਅਸੀਂ ਕਹਿੰਦੇ ਇੱਕ ਹੋਰ, ਜਿਵੇਂ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਨਾਲ ਦੀ ਇੱਕ ਟਰਮ ਹੋ ਸਕਦੀ, ਉਹਨੂੰ ਕਹਿੰਦੇ ਟੈਕਨੋਕ੍ਰੇਸੀ। ਟੈਕਨੋਕ੍ਰੇਸੀ ਕੀ ਆ ਕਿ ਜਿਵੇਂ ਕੋਈ ਹੈਗਾ, ਜੇ ਕਿਸੇ ਨੇ ਸਿਹਤ ਮੰਤਰਾਲਾ ਸੰਭਾਲਣਾ ਤੇ ਉਹਦੇ ਕੋਲ ਇੱਕ ਤੇ MBBS ਡਾਕਟਰ ਦੀ ਡਿਗਰੀ ਹੋਵੇ ਘੱਟ ਤੋਂ ਘੱਟ, ਪਲੱਸ ਉਹਦੇ ਕੋਲ ਪੋਲੀਟੀਕਲ ਸਾਇੰਸ ਦੀ ਡਿਗਰੀ ਹੋਵੇ, ਤਾਂ ਕਿ ਉਸ ਬੰਦੇ ਨੂੰ ਸਿਹਤ ਨਾਲ ਸਹੂਲਤਾਂ, ਜਿਹੜੀਆਂ ਸਿਹਤ ਨਾਲ ਸੰਬੰਧਿਤ ਮੁਸ਼ਕਲਾਂ ਉਹਨਾਂ ਦਾ ਵੀ ਪਤਾ ਹੋਵੇ, ਪਲੱਸ ਉਹਨੂੰ ਸਰਕਾਰ ਦੇ ਵਿੱਚ ਚਲਾਉਣ ਵਾਸਤੇ ਉਹ ਨੀਤੀਆਂ ਬਣਾਉਣੀਆਂ ਉਸ ਅਦਾਰੇ ਵਾਸਤੇ ਉਹਨਾਂ ਬਾਰੇ ਵੀ ਪਤਾ ਹੋਵੇ। ਜੇ ਕਿਸੇ ਨੇ ਜੋ ਅਦਾਰਾ ਕਿਸੇ ਨੇ ਸੰਭਾਲਣਾ ਆ, ਉਸੇ ਚੀਜ਼ ਦੇ ਵਿੱਚ ਉਹਦੇ ਕੋਲ ਪ੍ਰੋਪਰ ਡਿਗਰੀ ਹੋਵੇ, ਪ੍ਰੋਫੈਸ਼ਨਲ ਹੋਵੇ ਉਹਦੇ ਚੀਜ਼ ਦੇ ਵਿੱਚ। ਔਰ ਕ੍ਰਿਮੀਨਲ ਰਿਕਾਰਡ ਜਿਹੜਾ ਆ ਉਹ ਬਿਲਕੁਲ ਅਗਲੇ ਦਾ ਸਾਫ਼ ਹੋਣਾ ਚਾਹੀਦਾ। ਹਾਂ, ਇਹਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਆ, ਕਈ ਵਾਰੀ ਕੀ ਹੁੰਦਾ ਕਿ ਧਰਨਾ ਲਾਉਣ ਦੇ ਕੇਸ ਦੇ ਵਿੱਚ ਕਿਸੇ ਦੇ ਉੱਤੇ ਕੇਸ ਬਣਿਆ ਹੁੰਦਾ, ਕਿਸੇ ਦੇ ਵਿੱਚ ਜੀ ਰਸਤਾ ਰੋਕਣ ਦਾ, ਜਿਵੇਂ ਕਰੋਨਾ ਦੇ ਵਿੱਚ ਕਿਸੇ ਕੇਸ ਬਣਿਆ, ਸਰਕਾਰਾਂ ਕਹਿੰਦੀਆਂ ਨਹੀਂ ਕੇਸ ਤੇ ਫਲਾਣੇ ਤੇ ਵੀ ਆ, ਫਲਾਣੇ ਤੇ ਵੀ ਆ। ਇੱਕ ਉਹਦਾ ਵੀ ਇੱਕ ਸਟੈਂਡਰਡ ਸੈੱਟ ਹੋਣਾ ਚਾਹੀਦਾ, ਜਿਵੇਂ ਉਹਨਾਂ ਦੇ ਵਿੱਚ ਪੱਕਾ ਕੀਤਾ ਹੋਵੇ ਕਿ ਕੋਈ ਡਾਕਾ, ਕੋਈ ਕਿਸੇ ਤਰੀਕੇ ਦਾ ਕੋਈ ਦੰਗਾ, ਕੋਈ ਕਤਲ, ਹਾਂ ਕੋਈ ਐਵੇਂ ਦਾ ਕੋਈ ਸੀਰੀਅਸ ਕ੍ਰਾਈਮ ਹੈ, ਹੀਨੀਅਸ ਕ੍ਰਾਈਮ ਹੈ, ਉਹਨਾਂ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਦਾ ਕੋਈ ਨਾਮ ਸ਼ਾਮਲ ਨਾ ਹੋਵੇ। ਔਰ ਦੂਸਰੀ ਚੀਜ਼, ਅਗਰ ਕਿਸੇ ਦੀ ਵਿੱਚ ਵੀ ਨਾਮ ਵੀ ਆਉਂਦਾ ਹੈ, ਕੋਈ ਨਾਮਜ਼ਦ ਵੀ ਹੁੰਦਾ ਉਸ ਚੀਜ਼ ਦੇ ਵਿੱਚ, ਜਾਂਚ ਦੇ ਵਿੱਚ ਵੀ, ਤੇ ਉਹਨੂੰ ਪ੍ਰੋਪਰ ਉਸੇ ਟਾਈਮ ਦੇ ਉੱਤੇ
ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਲਾਂਭੇ ਕੀਤਾ ਜਾਵੇ। ਜਦੋਂ ਜਾਂਚ ਹੋ ਜਾਂਦੀ ਆ, ਬੇਸ਼ੱਕ ਦੀ ਜਿਵੇਂ ਅੱਜ ਪੁਲਿਸ ਦੇ ਵਿੱਚ ਹੁੰਦਾ, ਬਾਕੀ ਡਿਪਾਰਟਮੈਂਟ ਵਿੱਚ ਹੁੰਦਾ, ਜਦੋਂ ਕਿਸੇ ਦੇ ਇਲਜ਼ਾਮ ਹੁੰਦਾ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ। ਜਦੋਂ ਜਾਂਚ ਪੂਰੀ ਹੋ ਜਾਂਦੀ ਹੈ, ਨਿਰਦੋਸ਼ ਸਾਬਤ ਹੋ ਜਾਂਦਾ, ਉਹਨੂੰ ਵਾਪਸ ਬਹਾਲ ਕਰ ਦਿੱਤਾ ਜਾਂਦਾ। ਇਸ ਤਰੀਕੇ ਨਾਲ ਹੋ ਸਕਦਾ ਆ। ਔਰ ਇਹ ਚੀਜ਼ਾਂ ਤਾਂ ਹੀ ਹੋਣਗੀਆਂ ਜਦੋਂ ਜਨਤਾ ਜਾਗਰਤ ਹੋਊਗੀ। ਜਨਤਾ ਆਪਣੇ ਲੀਡਰਾਂ ਦੇ ਕੋਲੋਂ ਸਾਫ਼ ਲੀਡਰ ਜਿਹੜੇ ਆ ਉਹ ਮੰਗਣੇ ਸ਼ੁਰੂ ਕਰੂਗੀ ਤੇ ਤਾਂ ਹੀ ਇਹ ਚੀਜ਼ਾਂ ਸਾਬਤ ਹੋਣਗੀਆਂ। ਹੁਣ ਇਹ ਵੀ ਕੋਸ਼ਿਸ਼ ਆ ਸਾਡੀ ਕਿ ਇਵੇਂ ਤਰੀਕੇ ਨਾਲ ਜਨਤਾ ਦੇ ਵਿੱਚ ਜਾਗਰਤੀ ਲਿਆਂਦੀ ਜਾਵੇ। ਸੋ ਅੱਜ ਦੀ ਜਿਹੜੀ ਕੋਸ਼ਿਸ਼ ਹੈਗੀ ਆ ਲਖੀਮਪੁਰ ਨੂੰ ਲੈ ਕੇ ਹੈਗੀ ਆ, ਤੇ ਕੀ ਲੱਗਦਾ ਹੈ ਕਿ ਲਖੀਮਪੁਰ ਦੇ ਲਈ ਜਿਹੜਾ ਅੱਜ ਤੁਸੀਂ ਇੰਨੀ ਧੁੱਪ ਦੇ ਵਿੱਚ ਬੈਠੇ ਹੋਏ ਹੋ, ਇਨਸਾਫ ਜਿਹੜਾ ਦੂਰ ਦਿਸਦਾ ਹੈ ਕਿ ਜਾਂ ਮਿਲ ਜੇਗਾ? ਦੇਖੋ ਜੀ, ਜਨਤਾ ਜਿਹੜੀ ਆਪਣੀ ਚੀਜ਼ ਹਾਸਲ ਕਰਨ ਦੇ ਉੱਤੇ ਆ ਜਾਵੇ, ਧਾਰ ਲਵੇ ਮਨ ਦੇ ਵਿੱਚ, ਉਹ ਕੋਈ ਵੀ ਜਨਤਾ ਤੋਂ ਪਾਸੇ ਨਹੀਂ ਰੱਖ ਸਕਦਾ। ਸਰਕਾਰਾਂ ਦੇ ਉੱਤੇ ਦਬਾਅ, ਜਨਤਾ ਦਾ ਦਬਾਅ ਬਣੂਗਾ। ਸਰਕਾਰਾਂ ਨੂੰ ਇਨਸਾਫ ਦੇਣਾ ਪਊਗਾ। ਸਰਕਾਰਾਂ ਇਨਸਾਫ ਦੇਣਗੀਆਂ ਨਹੀਂ, ਜਨਤਾ ਇਨਸਾਫ ਲਊਗੀ। ਔਰ ਜਿਹੜੇ ਵੀ ਤਰੀਕੇ ਨਾਲ ਜਿੰਨਾ ਵੀ ਲੰਬਾ, ਜਿੰਨਾ ਵੀ ਤਿੱਖਾ ਸਰਕਾਰਾਂ ਨੇ ਸੰਘਰਸ਼ ਕਰਾਉਣਾ ਹੋਵੇ, ਅਸੀਂ ਸੰਘਰਸ਼ ਕਰਨ ਤੋਂ ਨਹੀਂ ਡਰਦੇ। ਅਸੀਂ, ਸਾਡੇ ਵੱਲੋਂ ਕੋਈ ਢਿੱਲ ਨਹੀਂ ਰਹੂਗੀ। ਜਿਹੜੇ ਉਹ ਸ਼ਹੀਦ ਹੋਏ ਆ, ਔਰ ਇੱਕ ਤਾਂ ਇਹ ਚੀਜ਼ ਆ ਕਿ ਉਹ ਸ਼ਹੀਦ ਆ, ਇੱਕ ਚੀਜ਼ ਇਹ ਆ। ਦੂਜੀ ਚੀਜ਼ ਇਹ ਆ ਕਿ ਜਦੋਂ ਇਸ ਸੰਘਰਸ਼ ਦੀ, ਜਦੋਂ ਆਪਣੀ ਸਮਾਪਤੀ ਵੱਲ ਨੂੰ ਜਾਂਦਾ, ਜਦੋਂ ਆਪਣੇ ਸਫਲਤਾ ਵੱਲ ਨੂੰ ਜਾਂਦਾ, ਸਫਲ ਹੋ ਕੇ ਜਦੋਂ ਸਮਾਪਤ ਹੁੰਦਾ, ਉਹ ਅਸਲ ਸ਼ਰਧਾਂਜਲੀ ਹੋਊਗੀ। ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਦੋਂ ਸੰਘਰਸ਼ ਦੇ ਵਿੱਚ ਸ਼ਾਮਲ ਹੋਣਗੇ ਤੇ ਸੰਘਰਸ਼ ਜਦੋਂ ਜਿੱਤਿਆ ਜਾਊਗਾ ਤੇ ਅਸਲੀ ਸ਼ਰਧਾਂਜਲੀ ਫਿਰ ਲੋਕਾਂ ਵੱਲੋਂ ਉਹ ਦਿੱਤੀ ਜਾਊਗੀ। ਸੋ ਅਸੀਂ ਇਹੋ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਲੋਕੀ ਜਿੰਨੀ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਵਿੱਚ ਆਉਣਗੇ, ਉਨੀ ਜਿਹੜੀ ਜਲਦੀ ਆ ਇਹ ਸੰਘਰਸ਼ ਦੇ ਜਿਹੜੀ ਜਿੱਤ ਦੇ ਆਪਣੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੇ। ਸਾਲ ਹੋ ਚੁੱਕਿਆ ਹੈ, ਜੇ ਅਸੀਂ ਗੱਲ ਕਰਦੇ ਹਾਂ ਤਾਂ 11 ਮਹੀਨੇ ਦੇ ਕਰੀਬ ਹੋ ਚੱਲੇ ਨੇ। 6 ਮਹੀਨੇ ਮਹੀਨਾ ਇੱਕ ਜਿਹੜਾ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਰਹਿ ਚੁੱਕਿਆ। 1 ਸਾਲ ਕਿਸਾਨ ਬੈਠੇ ਨੇ ਦਿੱਲੀ ਤੋਂ। ਦਿੱਲੀ ਦੇ ਵਿੱਚ ਤੁਸੀਂ ਬਿਲਕੁਲ ਬਾਰਡਰ ਤੇ ਬੈਠੇ ਹੋਏ ਹੋ, ਪਰੰਤੂ ਹਾਲਾਤ ਇਹ ਹੋ ਚੁੱਕੇ ਨੇ ਕਿ ਕਿਸਾਨਾਂ ਨੇ ਆਪਣੇ ਘਰ ਵੀ ਸੰਭਾਲਣੇ ਨੇ, ਆਪਣੀਆਂ ਫਸਲਾਂ ਵੀ ਸੰਭਾਲਣੀਆਂ ਨੇ, ਮੋਰਚੇ ਵੀ ਸੰਭਾਲਣੇ ਨੇ। ਕਿੰਨੀ ਕੁ ਦੇਰ ਤੱਕ ਕਿਸਾਨ ਪੋਸੀਬਲ ਹੈ ਕਿ ਉੱਥੇ ਬੈਠ ਸਕਣ? ਅਸੀਂ ਇਹ ਗੱਲ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ, ਜੋ ਇਹ ਮੈਲ ਜੰਮੀ ਹੋਈ ਆ, ਇਹ 74 ਸਾਲ ਦੀ ਜੰਮੀ ਹੋਈ ਆ। ਜੇ ਅਸੀਂ ਸੋਚੀਏ ਕਿ ਇਹਨੂੰ ਸਾਲ ਦੇ ਅੰਦਰ ਅਸੀਂ ਧੋ ਲਾਂਗੇ, ਇਹਨੂੰ ਸਾਲ ਦੇ ਅੰਦਰ ਨਹੀਂ ਅਸੀਂ ਧੋ ਸਕਦੇ। ਤੁਸੀਂ ਸਾਨੂੰ ਸਾਲ ਦੇ ਕਰੀਬ ਤੇ ਦਿੱਲੀ ਬੈਠਿਆਂ ਨੂੰ ਹੋ ਚੱਲਿਆ। 24 ਸਤੰਬਰ ਤੋਂ ਸਾਡਾ ਜਿਹੜੇ ਇਸ ਜਗ੍ਹਾ ਦੇ ਉੱਤੇ ਖੜੇ ਹੋਏ ਆ, 24 ਸਤੰਬਰ 2020 ਤੋਂ ਇਸ ਜਗ੍ਹਾ ਦੇ ਉੱਤੇ ਸਾਡਾ ਸੰਘਰਸ਼ ਜਾਰੀ ਹੋ ਗਿਆ ਸੀਗਾ, ਜੋ ਕਿ ਉਸ ਤੋਂ ਬਾਅਦ ਵਿੱਚ ਬਹੁਤ ਦਿੱਲੀ ਸੰਘਰਸ਼ ਤੋਂ ਬਾਅਦ ਵਿੱਚ ਵੀ ਚੱਲਦਾ ਰਿਹਾ ਇੱਥੇ ਨਾਲ ਦੀ ਨਾਲ। ਸੋ ਇਸ ਚੀਜ਼ ਕਰਕੇ 13 ਮਹੀਨੇ ਦੇ ਕਰੀਬ ਹੋਣ ਆਇਆ ਸਾਡਾ ਜਿਹੜਾ ਸੰਘਰਸ਼ ਨੂੰ। ਸੋ ਅਗਰ ਗੱਲ ਕਰੀਏ ਕਿ ਕਿੰਨਾ ਲੰਬਾ ਚੱਲਣਾ ਪਊਗਾ, ਅਸੀਂ 2024 ਤੱਕ ਦੇ ਕਮ ਸੇ ਕਮ ਅਸੀਂ ਆਪਣੀ ਪੂਰੀ ਪਲੈਨਿੰਗ ਕਰਕੇ ਚੱਲੇ ਹੋਏ ਹਾਂ। 24 ਤੱਕ ਤੁਸੀਂ ਗੱਲ ਕਰਦੇ ਨੇ ਕਿਸਾਨ, ਕੀ ਲੱਗਦਾ ਨਹੀਂ ਕਿ ਕਿਤੇ ਤੁਸੀਂ ਸਿਆਸਤ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਵੀ ਕਰ ਰਹੇ ਹੋ? ਨਾਲ ਦੀ ਨਾਲ ਕਿਸਾਨ ਜਿਹੜੇ ਸਿਆਸਤ ਵੀ ਕਰਨਗੇ, ਕਿਉਂਕਿ ਜੇ ਅਸੀਂ ਬੰਗਾਲ ਦੀ ਗੱਲ ਕਰਦੇ ਹਾਂ, ਬੰਗਾਲ ਵਿੱਚ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਸੀਗਾ ਭਾਜਪਾ ਦਾ ਵਿਰੋਧ ਕੀਤਾ ਗਿਆ ਸੀਗਾ। ਇੱਥੇ ਵੀ ਜਿਹੜੀ ਗੱਲ ਹੈਗੀ ਆ ਵਿਰੋਧ ਦੀ ਹੋ ਰਹੀ ਹੈ ਕਿ ਕੋਈ ਸਿਆਸੀ ਪਾਰਟੀ ਵੀ ਖੜੀ ਕਰ ਸਕਦੇ ਨੇ ਕਿਸਾਨ, ਆਪਣਾ ਕੋਈ ਬੰਦਾ ਵੀ ਬਣਾ ਸਕਦੇ ਨੇ? ਨਹੀਂ, ਬਿਲਕੁਲ ਨਹੀਂ। ਸਿਆਸਤ ਵਿੱਚ ਕਦਮ ਰੱਖਣ ਦਾ ਤੇ ਕੋਈ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਸਿਆਸਤ ਵਿੱਚ ਕਦਮ ਰੱਖਣ ਵਾਸਤੇ ਠੀਕ ਹੈ, ਤੁਸੀਂ ਕਿਹਾ ਸਿਆਸਤ 'ਚ ਕਦਮ ਰੱਖਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ, ਠੀਕ ਹੈ ਜੀ। ਪਰੰਤੂ ਜਿਸ ਦੂਜੇ ਬੰਦੇ ਨੂੰ ਤੁਸੀਂ ਹੱਥ ਦੇ ਵਿੱਚ ਆਪਣੇ ਦੇਸ਼ ਦੀ ਵਾਗਡੋਰ ਫੜਾਓਗੇ, ਕੀ ਉਹਦੇ ਤੇ ਯਕੀਨ ਕਰੋਗੇ ਜਾਂ ਤੁਸੀਂ ਅਟੇ ਸਟੇ ਹੀ ਕਿਸੇ ਹੋਰ ਨੂੰ ਫੜਾ ਦਿਓ? ਦੇਖੋ, ਮੈਂ ਜੇ ਤੁਹਾਡੇ ਕੋਲ 2 ਮਿੰਟ ਹੋਣ ਦਾ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਂਗਾ, ਕੋਈ 5-10 ਲਾਈਨਾਂ ਦੀ। ਇੱਕ ਵਾਰ ਕੀ ਹੁੰਦਾ ਕਿ ਕਿਸੇ ਬੰਦੇ ਨੇ ਕੋਈ ਨੌਕਰ ਰੱਖ ਲਿਆ ਦੁੱਧ ਗਰਮ ਕਰਕੇ ਦੇਣ ਵਾਸਤੇ। ਉਹਨਾਂ ਕੀ ਕੀਤਾ ਕਿ ਦੁੱਧ ਉਹਦੇ ਹਵਾਲੇ ਕਰਕੇ ਆਪ ਜਾ ਕੇ ਏਸੀ ਰੂਮ 'ਚ ਸੌਂ ਗਿਆ। ਉਹਨੇ ਨੌਕਰ ਨੇ ਕੀ ਕੀਤਾ, ਪਾਈਆ ਦੁੱਧ ਆਪ ਪੀਤਾ, 3 ਪਾਈਆ ਉਹਨੇ ਗਰਮ ਕਰਕੇ ਵਿੱਚ ਪਾਣੀ ਪਾ ਕੇ ਮਾਲਕ ਨੂੰ ਪਿਆਲਤਾ। 5-7 ਦਿਨ ਠੀਕ ਚੱਲਿਆ, 5-7 ਦਿਨ ਚੱਲਿਆ। ਉਹਨੂੰ ਜਦੋਂ ਸ਼ੱਕ ਹੋਇਆ, ਉਹਨੇ ਇੱਕ ਨੌਕਰ ਨਾਲ ਹੋਰ ਰੱਖ ਲਿਆ, ਉਹਨੂੰ ਸ਼ੱਕ ਹੋਇਆ। ਹੁਣ ਉਸ ਤੋਂ ਬਾਅਦ ਕੀ ਹੋਇਆ, ਉਹ ਜਾ ਕੇ ਖੁਦ ਫੇਰ ਸੌਂ ਗਿਆ। 2-3 ਦਿਨ ਠੀਕ ਚੱਲਿਆ, ਤੀਜੇ ਦਿਨ ਉਹ ਦੋਵਾਂ ਨੌਕਰਾਂ ਦੀ ਆਪਸ ਵਿੱਚ ਸਲਾਹ ਹੋ ਗਈ। ਉਹ ਦੋਵਾਂ ਨੌਕਰਾਂ ਨੇ ਪਾਈਆ ਪੀਣਾ ਸ਼ੁਰੂ ਕਰਤਾ ਤੇ ਮਾਲਕ ਦੇ ਵੰਡੇ ਅੱਧਾ ਕਿਲੋ ਰਹਿ ਗਿਆ। ਮਾਲਕ ਜਾ ਕੇ ਸੌਂ ਜਾਂਦਾ ਸੀ। ਹੁਣ ਮਾਲਕ ਨੇ ਕੀ ਕੀਤਾ ਕਿ ਤੀਜਾ ਨੌਕਰ ਰੱਖ ਲਿਆ ਕਿ ਨੌਕਰ 3 ਰੱਖ ਲਵਾਂ ਮੈਂ। ਹੁਣ ਕੀ ਹੋਇਆ ਕਿ 3-4 ਦਿਨ ਠੀਕ ਚੱਲਿਆ। ਚੌਥੇ ਇੱਕ ਦਿਨ ਜਿਹੜੇ 3 ਨੌਕਰ ਸੀ ਉਹਨਾਂ ਦੀ ਸਲਾਹ ਹੋ ਗਈ। ਹੁਣ 3 ਨੌਕਰ ਪਾਈਆ ਪੀਣ ਲੱਗ ਗਏ ਤੇ ਮਾਲਕ ਜਿਹੜਾ ਜਾ ਕੇ ਸੌਂ ਜਾਂਦਾ ਸੀ ਉਹਦੇ ਵੰਡੇ ਪਾਈਆ ਰਹਿ ਗਿਆ। ਹੁਣ ਚਾਹੀਦਾ ਕੀ ਸੀਗਾ, ਅਗਰ ਮੰਨ ਲਓ ਕਿ ਮਾਲਕ ਸਾਹਮਣੇ ਕੁਰਸੀ ਢਾ ਕੇ ਬੈਠਾ ਆ, ਨੌਕਰ ਉਹਨੇ ਰੱਖ ਲਿਆ 3 ਚੋਂ ਕੋਈ, ਕੀ ਉਹ ਨੌਕਰ ਇੱਕ ਦੁੱਧ ਦੇ ਵਿੱਚੋਂ ਘੁੱਟ ਭਰ ਸਕਦਾ? ਨਹੀਂ ਭਰ ਸਕਦਾ।
ਹਾਲਾਤ ਇਹ ਨੇ। ਤੁਸੀਂ ਪੋਲੀਟੀਸ਼ੀਅਨਸ ਇਹੋ ਕੋਲੋਂ ਸਿੱਧਾ ਕੰਮ ਲੈ ਸਕਦੇ ਜੇ ਜਨਤਾ ਜਾਗਰਤ ਹੈ। ਜਨਤਾ ਉਹ ਬੰਦਾ ਆ ਜਿਹੜਾ ਜਾ ਕੇ ਵੋਟ ਪਾ ਕੇ ਨੌਕਰ ਇਹਨਾਂ ਨੇ ਹਵਾਲੇ ਇਹਨਾਂ ਦੇ ਕਰਕੇ ਸਾਰਾ ਕੁਝ ਆਪ ਜਾ ਕੇ ਸੌਂ ਜਾਂਦਾ। ਜਦੋਂ ਜਨਤਾ ਸੌਣਾ ਬੰਦ ਕਰ ਦੂਗੀ, ਜਦੋਂ ਜਨਤਾ ਨੇ ਸੌਣਾ ਬੰਦ ਕਰ ਦਿੱਤਾ, ਜਦੋਂ ਜਨਤਾ ਨੇ ਸੌਣਾ ਬੰਦ ਕਰ ਲਿਆ ਤੇ ਉਹ ਜਿਹੜਾ ਮਾਲਕ ਆ, ਜਿਹੜਾ ਨੌਕਰ ਆ, ਜਿਹੜਾ ਪੋਲੀਟੀਸ਼ੀਅਨ ਆ, ਉਹ ਜਿਹੜਾ ਆਪਣਾ ਸਾਰਾ ਕੰਮ ਕਰਨਾ ਉਹ ਬੰਦ ਕਰ ਦੂਗਾ, ਇਹ ਰਫੇਰੀ ਕਰਨੀ ਬੰਦ ਕਰ ਦੂਗਾ। ਸੋ ਸਾਡਾ ਮਕਸਦ ਆ ਖੁਦ ਪੋਲੀਟਿਕਸ ਵਿੱਚ ਜਾਣ ਦੇ ਨਾਲੋਂ ਅਸੀਂ ਜਨਤਾ ਨੂੰ ਜਾਗਰਤ ਕਰਾਂਗੇ ਕਿ ਉਹ ਆਪਣੇ ਹੱਕਾਂ ਲਈ ਜਾਗਰਤ ਰਹਿਣ। ਜਿਹੜੇ ਹੱਕਾਂ ਨੂੰ ਲੁੱਟ ਰਹੇ ਆ ਸਾਡੇ ਪੋਲੀਟੀਸ਼ੀਅਨ, ਉਹ ਹੱਕਾਂ ਨੂੰ ਆਪਣੇ ਆਪ ਲੁੱਟਣਾ ਬੰਦ ਕਰ ਦੇਣਗੇ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਨਤਾ ਜਾਗਰੂਕ ਹੋਗੀ ਤਾਂ ਜਿਸ ਦੇ ਮਰਜ਼ੀ ਹੱਥ ਵਾਗਡੋਰ ਫੜਾ ਦਿੱਤੀ ਜਾਵੇ ਤੇ ਉਹ ਬੰਦਾ ਸਹੀ ਕੰਮ ਕਰੂਗਾ ਜੇ ਤੁਸੀਂ ਜਾਗਦੇ ਰਹੋਗੇ। ਬਿਲਕੁਲ। ਹੁਣ ਮੈਂ ਇੱਕ ਐਗਜ਼ਾਮਪਲ ਹੋ ਰਿਹਾ, ਤੁਸੀਂ ਜਿਹੜਾ ਇੱਕ ਰੇੜਾ ਤੇ ਘੋੜਾ ਹੁੰਦਾ, ਤਾਂਗਾ ਹੁੰਦਾ, ਤਾਂਗੇ ਦੇ ਅਗਲੇ ਬੰਨੇ ਕਿੰਨਾ ਵੀ ਵਧੀਆ ਤੁਸੀਂ ਘੋੜਾ ਜੋ ਲੋ ਦੇ ਅੱਗੇ, ਪਰ ਤੁਸੀਂ ਸੌਂ ਜਾਓ ਤਾਂਗੇ ਦੇ ਉੱਤੇ ਕਿ ਉਹ ਕਿੰਨਾ ਚਿਰ ਸਿੱਧਾ ਚੱਲੂਗਾ? ਕਿਲੋਮੀਟਰ 2 ਕਿਲੋਮੀਟਰ, ਉਸ ਤੋਂ ਬਾਅਦ ਵਿੱਚ ਉਹਦੀਆਂ ਵੀ ਆਦਤਾਂ ਵਿਗੜ ਜਾਣਗੀਆਂ। ਪਰ ਕਿੰਨਾ ਵੀ ਤੁਸੀਂ ਖਰਾਬ, ਕਿੰਨਾ ਵੀ ਇੱਕ ਖਰਾਬ ਮੂਡ ਵਾਲਾ ਘੋੜਾ ਤੁਸੀਂ ਅਗਲੇ ਬੰਨੇ ਜੋ ਲੁਟਾਂਗੇ ਦੇ, ਪਰ ਅਗਰ ਤੁਸੀਂ ਜਾਗਦੇ ਹੀ ਲਗਾਮ ਹੱਥ 'ਚ ਆ, ਛੰਟਾ ਦੂਜੇ ਹੱਥ ਦੇ ਵਿੱਚ ਆ, ਤੇ ਉਹ ਕਿੰਨੀ ਦੇਰ ਗਲਤ ਚੱਲੂਗਾ? ਉਹਨੂੰ ਸਿੱਧਾ ਹੋ ਕੇ ਚੱਲਣਾ ਪੈਣਾ। ਅਗਰ ਜਨਤਾ ਜਾਗਦੀ ਆ ਤੇ ਲੀਡਰ ਕੋਈ ਨਹੀਂ ਖਰਾਬੀ ਕਰ ਸਕਦਾ। ਅੱਜ ਇਹੀ ਲੀਡਰ ਆ ਜਿਹੜੇ ਸਾਡੇ ਹੱਕਾਂ ਦੇ ਨਾਅਰੇ ਲਾਉਣ ਡਏ ਆ। ਇਹੀ ਲੀਡਰ ਆ ਜਿਹੜੇ ਅੱਜ ਤਖਤੀਆਂ ਫੜ ਕੇ ਖਲੋਤੇ ਆ। ਉਹੀ ਰਾਹੁਲ ਗਾਂਧੀ ਆ ਜਿਹੜਾ ਅੱਜ ਟਰੈਕਟਰ ਦੇ ਉੱਤੇ ਚੜ੍ਹ ਕੇ ਜਾ ਰਿਹਾ, ਸੰਸਦ ਮਾਰਚ ਕਰ ਰਿਹਾ। ਉਹੀ ਬੀਬੀ ਹਰਸਿਮਰਤ ਕੌਰ ਬਾਦਲ ਆ ਜਿਹਦੇ ਸਾਡੇ ਦਬਾਅ ਦੇ ਹੇਠ ਜਿਹੜਾ ਮੰਤਰੀ ਪਦ ਤੋਂ ਅਸਤੀਫਾ ਦੇ ਗਈ ਆ। ਮਤਲਬ ਕੀ ਆ ਕਿ ਜੇ ਜਨਤਾ ਜਾਗਦੀ ਆ ਤੇ ਲੀਡਰ ਸਿੱਧੇ ਚੱਲਣਗੇ, ਜਨਤਾ ਨਹੀਂ ਜਾਗਦੀ ਤੇ ਲੀਡਰ ਕਿੰਨਾ ਵੀ ਸਾਊ ਚੁਣ ਲਿਓ, ਕਿੰਨਾ ਸਾਫ਼ ਚੁਣ ਲਿਓ, ਉਹਨੇ ਤੁਹਾਡੇ ਹੱਕਾਂ ਨੂੰ ਵੇਚ ਦੇਣਾ, ਉਹਨੇ ਸੌਦਾ ਕਰ ਲੈਣਾ ਤੁਹਾਡੇ ਹੱਕਾਂ ਦਾ, ਜਿੰਨਾ ਵੀ ਸਾਊ ਤੁਸੀਂ ਚੁਣ ਕੇ ਭੇਜੋ। ਸੋ ਮੁੱਖ ਦੀ ਗੱਲ ਇਹ ਹੈ ਕਿ ਜੇ ਲੰਮਾ ਚੱਲਦਾ ਹੈਗਾ ਜਿਹੜਾ ਇਹ ਮੋਰਚਾ, ਤਾਂ ਇਹਨਾਂ ਦਾ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਉਸ ਬੰਦੇ ਦੇ ਹੱਥ, ਜਿਹੜੇ ਮਰਜ਼ੀ ਬੰਦੇ ਦੇ ਹੱਥ ਵਿੱਚ ਵਾਗਡੋਰ ਆਵੇ, ਪਰੰਤੂ ਜਨਤਾ ਜਿਹੜੀ ਜਾਗਰੂਕ ਹੋਣੀ ਚਾਹੀਦੀ ਹੈ। ਜਿਹੜਾ ਸਰਕਾਰ ਕੋਲੋਂ ਕੰਮ ਜਿਹੜਾ ਹੈ ਉਹ ਲਿਆ ਜਾਣਾ ਹੈ, ਉਹ ਸਹੀ ਤਰੀਕੇ ਨਾਲ ਲਿਆ ਜਾ ਸਕੇ। ਸੋ ਤੁਹਾਨੂੰ ਤਸਵੀਰਾਂ ਅਸੀਂ ਰੇਲਵੇ ਟਰੈਕ ਦੀਆਂ ਦਿਖਾ ਰਹੇ ਹਾਂ। ਰੇਲਵੇ ਟਰੈਕ ਦੇ ਉੱਪਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ। ਲਖੀਮਪੁਰ ਦੀ ਘਟਨਾ ਨੂੰ ਲੈ ਕੇ ਇਨਸਾਫ ਦੀ ਜਿਹੜੀ ਉਹ ਮੰਗ ਹੋ ਰਹੀ ਹੈ। ਜੇ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਲਖੀਮਪੁਰ 'ਚ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਜਿਹੜਾ ਮੁੱਖ ਦੋਸ਼ੀ ਹੈ, ਔਰ ਉਸਦੇ ਪਿਤਾ ਅਜੇ ਮਿਸ਼ਰਾ ਜੋ ਕਿ ਮੰਤਰੀ ਅਹੁਦੇ ਤੇ ਨੇ, ਉਹਨਾਂ ਵੱਲੋਂ ਅਸਤੀਫਾ ਦੇਣ ਦੀ ਗੱਲ ਵੀ ਜਿਹੜੀ ਉਹ ਕਹੀ ਗਈ ਸੀ, ਪਰੰਤੂ ਉਹਨਾਂ ਦਾ ਅਸਤੀਫਾ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ, ਨਾ ਹੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਸੋ ਇਹ ਹਾਲਾਤ ਨੇ ਕਿ ਜਦੋਂ ਤੱਕ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੰਤਰੀ ਪਦ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਇਨਸਾਫ ਜਿਹੜਾ ਉਹ ਨਹੀਂ ਮਿਲ ਸਕਦਾ।